ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੀ ਵਿਚਾਰ ਲੜੀ ਜੋ ਨਵੀਂ ਅਸੀਂ ਸ਼ੁਰੂ ਕੀਤੀ ਹੈ ਉਹ ਹੈ ਵਿਚਿੱਤਰ ਨਾਟਕ ਦਾ ਸੱਚ। ਪਹਿਲੀ ਵੀਡੀਓ ਅਸੀਂ ਪਾ ਚੁੱਕੇ ਹਾਂ, ਅੱਜ ਦੂਸਰੀ ਵੀਡੀਓ ਤਿਆਰ ਕਰ ਰਹੇ ਹਾਂ। ਅਸੀਂ ਸ਼ੁਰੂਆਤ ਕੀਤੀ ਹੈ ਕਵਿਓ ਬਾਚ ਬੇਨਤੀ ਚੁਪਈ ਬਾਣੀ ਦਾ ਰਚਨਾ ਦਾ ਆਧਾਰ ਕੀ ਹੈ। ਪਿਛਲੀ ਵੀਡੀਓ ਵਿੱਚ ਅਸੀਂ ਵਿਚਾਰਿਆ ਸੀ ਕਿ ਕਿਵੇਂ ਦੁੱਲਾ ਦੇਈ ਜੋ ਹੈ ਸੁਆਸ ਵੀਰਜ ਨਾਂ ਦੇ ਦੈਂਤ ਨਾਲ ਯੁੱਧ ਕਰਦੀ ਹੈ। ਯੁੱਧ ਕਰਦੀ ਉਹ ਅੱਕ ਥੱਕ ਜਾਂਦੀ ਹੈ, ਕਿਉਂਕਿ ਜਿਉਂ-ਜਿਉਂ ਉਹ ਦੈਂਤਾਂ ਨੂੰ ਮਾਰਦੀ ਹੈ ਉਹਨਾਂ ਦਾ ਜਿਹੜਾ ਖੂਨ ਹੈ, ਮਿੱਝ ਹੈ, ਧਰਤੀ 'ਤੇ ਡਿੱਗਦੀ ਹੈ। ਉਸ ਤੋਂ ਹੋਰ ਦੈਂਤ ਪੈਦਾ ਹੋ ਜਾਂਦੇ, ਫਿਰ ਮਾਰਦੀ ਹੈ, ਹੋਰ ਦੈਂਤ ਪੈਦਾ ਹੋ ਜਾਂਦੇ ਆ। ਆਖਰ ਉਹ ਅੱਕ ਥੱਕ ਕੇ ਫਿਰ ਆਪਣੇ ਮਹਾਕਾਲ ਦੇ ਕੋਲ, ਜਿਸ ਨਾਲ ਉਸ ਦਾ ਵਿਆਹ ਪੱਕਾ ਹੋਇਆ ਹੈ, ਉਸ ਦੇ ਕੋਲ ਅਰਦਾਸ ਕਰਦੀ ਹੈ। ਮੈਂ ਇੱਕ ਬੇਨਤੀ ਕਰ ਦੇਵਾਂ, ਇਹ ਵੀਡੀਓ ਜਿਹੜੀਆਂ ਹੈਗੀਆਂ ਬਣਾ ਰਿਹਾ ਮੈਂ, ਇਹਦੇ ਵਿੱਚ ਤੁਸੀਂ ਥੋੜ੍ਹਾ ਬੋਰਿੰਗ ਮਹਿਸੂਸ ਕਰੋਗੇ, ਤੁਹਾਨੂੰ ਅੱਛਾ ਨਹੀਂ ਲੱਗੇਗਾ, ਕਿਉਂਕਿ ਕੁਛ ਅੱਛਾ ਹੈ ਹੀ ਨਹੀਂ। ਇਸੇ ਕਰਕੇ ਮੈਂ ਇਹ ਵੀਡੀਓ ਸੁਣਾ ਰਿਹਾ, ਕਿਉਂਕਿ ਜਿਸ ਨੂੰ ਗੁਰਬਾਣੀ ਕਿਹਾ ਜਾਂਦਾ, ਜਿਸ ਨੂੰ ਇਹ ਕਿਹਾ ਜਾਂਦਾ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਮੁੱਖ ਵਾਕ ਰਚਨਾ ਹੈ, ਮੈਂ ਉਸ ਪੂਰੀ ਰਚਨਾ ਤੋਂ ਤੁਹਾਨੂੰ ਕੋਈ 5-10% ਗੱਲਾਂ ਹੀ ਸੁਣਾ ਰਿਹਾ। ਜੇ ਪੂਰੀ ਰਚਨਾ ਸੁਣਾਵਾਂਗਾ ਤਾਂ ਤੁਸੀਂ ਬਹੁਤ ਬੋਰ ਹੋਵੋਗੇ ਔਰ ਸੁਣਨ ਤੋਂ ਅਸਮਰਥ ਹੋ ਜਾਓਗੇ। ਇਸ ਕਰਕੇ ਮੈਂ ਉਸ ਦੀ ਸਮਰੀ ਬਣਾ ਕੇ ਸੁਣਾ ਰਿਹਾ, ਪਰ ਇਹ ਵੀ ਇੰਨੀ ਰੌਚਕ ਨਹੀਂ ਹੋਏਗੀ, ਕਿਉਂਕਿ ਇਹ ਸਭ ਗੱਪਾਂ ਨੇ, ਝੂਠ ਹੈ। ਪਰ ਕਿਉਂਕਿ ਕਿਹਾ ਜਾਂਦਾ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਗੱਪਾਂ ਮਾਰੀਆਂ ਨੇ, ਇਸ ਕਰਕੇ ਸੁਣਾਉਣੀਆਂ ਜ਼ਰੂਰੀ ਹਨ। ਫੈਸਲਾ ਸੰਗਤਾਂ ਨੇ ਆਪੇ ਕਰ ਲੈਣਾ ਕਿ ਕੀ ਸਾਡੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਅਜਿਹੀਆਂ ਗਪੌੜ ਗੱਪਾਂ ਸਾਨੂੰ ਸੁਣਾਉਣ ਆਏ ਸੀ, ਜਾਂ ਉਹ ਇੱਕ ਅਕਾਲ ਪੁਰਖ ਨਾਲ, ਇੱਕ ਵਾਹਿਦ ਸ਼ਕਤੀ ਨਾਲ ਜੋੜਨ ਆਏ ਸੀ, ਜਾਂ ਕਿਸੇ ਵਿਅਕਤੀ ਨਾਲ ਜੋੜਨ ਆਏ ਸੀ, ਜਾਂ ਕਿਸੇ ਦੇਵੀ ਦੀ ਪੂਜਾ ਲਈ ਸਾਨੂੰ ਪ੍ਰੇਰਨਾ ਦੇਣ ਆਏ ਸੀ। ਇਹ ਅਸੀਂ ਸਾਰਾ ਕੁਝ ਜਾਣਾਂਗੇ। ਕੱਲ੍ਹ ਦੀ ਪਹਿਲੀ ਵੀਡੀਓ ਵਿੱਚ ਅਸੀਂ ਇਹ ਜਾਣਿਆ ਸੀ ਕਿ ਦੁੱਲਾ ਦੇਈ ਥੱਕ ਜਾਂਦੀ ਹੈ, ਫਿਰ ਉਹ ਮਹਾਕਾਲ ਦੇ ਕੋਲ ਅਰਦਾਸ ਕਰਦੀ ਹੈ ਅਤੇ ਮਹਾਕਾਲ ਫਿਰ ਆਉਂਦਾ। ਉਹ ਅਸਤਰ ਸ਼ਸਤਰ ਸਜਾ ਕੇ ਦੁੱਲਾ ਦੇਈ ਦੀ ਮਦਦ ਕਰਨ ਲਈ ਆ ਗਿਆ। ਚੌਹਾਂ ਹੱਥਾਂ ਵਿੱਚ ਉਹ ਸ਼ਸਤਰ ਜੋ ਫੜ ਕੇ ਚਲਾਉਂਦਾ ਹੈ ਔਰ ਦੈਂਤਾਂ ਨੂੰ, ਰਾਖਸ਼ਾਂ ਨੂੰ ਮਾਰਦਾ ਹੈ। ਉਹ ਕਹਾਣੀ ਨੂੰ ਅੱਗੇ ਅਸੀਂ ਸ਼ੁਰੂ ਕਰਾਂਗੇ ਕਿ ਕਿਵੇਂ ਉਹ ਦੈਂਤਾਂ ਨੂੰ ਮਾਰਦਾ ਹੈ ਅਤੇ ਦੈਂਤ ਫਿਰ ਦੁਬਾਰਾ ਪੈਦਾ ਹੋ ਕੇ ਜੋ ਹੈ ਲੜਾਈ ਲਈ ਤਿਆਰ ਹੋ ਜਾਂਦੇ ਹਨ। ਦੈਂਤਾਂ ਦੇ ਸਾਹ ਲੈਣ ਤੋਂ, ਉਹਨਾਂ ਦਾ ਖੂਨ ਜਾਂ ਮਿੱਝ ਧਰਤੀ ਉੱਪਰ ਡਿੱਗਣ ਨਾਲ ਹੋਰ ਬੇਅੰਤ ਦੈਂਤ ਪੈਦਾ ਹੋ ਜਾਂਦੇ ਹਨ ਅਤੇ ਲੜਾਈ ਕਰਨ ਲੱਗ ਜਾਂਦੇ ਹਨ। ਜ਼ਖਮ ਲੱਗਣ ਨਾਲ ਜੋ ਲਹੂ ਨਿਕਲਦਾ ਹੈ ਤਾਂ ਉਸ ਤੋਂ ਹਾਥੀ ਅਤੇ ਘੋੜੇ ਬਣੀ ਜਾ ਰਹੇ ਸਨ। ਕਾਲਕਾ ਨੇ ਬਹੁਤ ਸਾਰੇ ਦੈਂਤਾਂ ਨੂੰ ਖੁਪਾ ਦਿੱਤਾ। ਦੇਵੀ ਵੀ ਨਾਲ ਲੱਗੀ ਹੋਈ ਹੈ ਜੰਗ ਦੇ ਵਿੱਚ, ਕਿਉਂਕਿ ਉਸ ਜੋ ਬਾਲਾ ਪਹਿਲੇ ਨਾਂ ਸੀ, ਫਿਰ ਦੁੱਲਾ ਦੇਈ ਨਾਂ ਰੱਖਿਆ ਇਸ ਕਵੀ ਨੇ, ਉਸ ਦਾ ਨਾਂ ਹੀ ਕਾਲਕਾ ਹੈ। ਸੋ ਜੋ ਤਿੰਨਾਂ ਵਿੱਚੋਂ ਕੋਈ ਵੀ ਨਾਮ ਲਿਆ ਜਾਵੇ ਤਾਂ ਸਮਝੋ ਇਹ ਉਹੀ ਦੁੱਲਾ ਦੇਈ ਹੈ ਜਿਹੜੀ ਅੱਗ ਵਿੱਚੋਂ ਪੈਦਾ ਹੋਈ। ਅੱਗ ਕਦੋਂ ਪੈਦਾ ਹੋਈ? ਜਦੋਂ ਜੋ ਦੈਂਤ, ਸੋ ਦੀਰਘਦਾੜ ਦੈਂਤ ਅਤੇ ਸਤ ਸਿੰਧ ਰਾਜਾ ਮਾਰਿਆ ਗਏ ਸੀ, ਉਹਦੇ ਵਿੱਚੋਂ ਅੱਗ ਪੈਦਾ ਹੋਈ। ਉਸ ਅੱਗ ਵਿੱਚੋਂ ਇੱਕ ਬਾਲਾ ਇਸਤਰੀ ਪੈਦਾ ਹੋਈ, ਨੌਜਵਾਨ ਖੂਬਸੂਰਤ ਇਸਤਰੀ। ਉਸ ਇਸਤਰੀ ਦਾ ਨਾਂ ਹੀ ਦੁੱਲਾ ਦੇਈ ਹੈ, ਉਸ ਇਸਤਰੀ ਦਾ ਨਾਂ ਹੀ ਕਾਲਕਾ ਹੈ। ਸੋ ਤਿੰਨਾਂ ਨਾਵਾਂ ਨਾਲ ਕਿਸੇ ਨਾਮ ਨਾਲ ਵੀ ਅਸੀਂ ਪੁਕਾਰ ਸਕਦੇ ਹਾਂ। ਤਾਂ ਇਸ ਤਰ੍ਹਾਂ ਕਰਕੇ ਬਹੁਤ ਸਾਰੇ ਦੈਂਤਾਂ ਨੂੰ ਮਾਰਿਆ। ਕਾਲਕਾ ਨੇ ਬਹੁਤ ਸਾਰੇ ਦੈਂਤਾਂ ਨੂੰ ਖੁਪਾ ਦਿੱਤਾ। ਬਹੁਤ ਸਾਰੇ ਦੈਂਤ ਇਕੱਠੇ ਹੋ ਕੇ ਮਹਾਕਾਲ ਦੇ ਸਾਹਮਣੇ ਹੋ ਕੇ ਹਮਲਾ ਕਰਦੇ ਸਨ। ਦੈਂਤ ਕਈ ਕੋਹਾਂ ਜਿੱਡੇ ਦੰਦ ਕੱਢਦੇ ਸਨ, ਮਤਲਬ ਉਹ ਦੈਂਤਾਂ ਦੇ ਦੰਦ ਕਈ ਕੋਹਾਂ ਜਿੱਡੇ। ਇੱਕ ਕੋਹ ਜਿਹੜੀ ਹੈ ਇੱਕ ਜਗ੍ਹਾ 2 ਕਿਲੋਮੀਟਰ ਦੇ ਬਰਾਬਰ ਹੈ, ਇੱਕ ਜਗ੍ਹਾ 4 ਕਿਲੋਮੀਟਰ ਦੇ ਬਰਾਬਰ ਹੈ।
2000 ਗਜ ਜਾਂ 4000 ਗਜ, ਮਤਲਬ ਏਡੇ ਏਡੇ ਵੱਡੇ ਉਹ ਦੈਂਤਾਂ ਦੇ ਦੰਦ ਸਨ, ਕਈ ਕੋਹਾਂ, ਪਤਾ ਨਹੀਂ 2 4 10 ਕਿਲੋਮੀਟਰ ਖੁੱਲ੍ਹਾ ਹੀ ਰੱਖਦਾ ਕੰਮ। ਸੋ ਇਹ ਅੰਦਾਜ਼ਾ ਲਗਾਈ ਜਾਣਾ ਕਿ ਸਾਡੇ ਗੁਰੂ ਗੋਬਿੰਦ ਸਿੰਘ ਕੀ ਸਾਡੇ ਪਾਤਸ਼ਾਹ ਅਜਿਹੇ ਗਪੌੜ ਸੁਣਾਉਣ ਨੂੰ ਸਾਨੂੰ ਆਏ ਸਨ। ਜੇ ਇਹ ਗਪੌੜ ਅਸੀਂ ਕੁਛ ਵੀਰ ਕਹਿੰਦੇ ਨੇ ਇਹ ਜੀ ਪੁਰਾਣੇ ਇਤਿਹਾਸਕ ਗ੍ਰੰਥਾਂ ਦਾ ਉਲਥਾ ਹੈ। ਉਲਥਾ ਅਸੀਂ ਉਸ ਚੀਜ਼ ਦਾ ਕਰਦੇ ਹਾਂ ਜਿਹੜੀ ਸਾਡੀ ਜ਼ੁਬਾਨ ਵਿੱਚ ਨਾ ਹੋਵੇ ਔਰ ਉਹ ਬਹੁਤ ਹੀ ਯੂਜ਼ਫੁਲ ਜਾਣਕਾਰੀ ਹੋਵੇ, ਬਹੁਤ ਹੀ ਲਾਭਕਾਰੀ ਜਿਹੜੀ ਜੋ ਗਿਆਨ ਹੋਵੇ, ਤਾਂ ਮਹਾਨ ਪੁਰਸ਼ ਪੜ੍ਹੇ ਲਿਖੇ ਵਿਦਵਾਨ ਉਸ ਦਾ ਉਲਥਾ ਕਰ ਦਿੰਦੇ ਹਨ ਤਾਂ ਕਿ ਸਾਡੇ ਉਹ ਵੀਰ ਜਿਹੜੇ ਪੰਜਾਬੀ ਜਾਣਦੇ ਹਨ ਉਹ ਸਮਝ ਕੇ ਜੀਵਨ ਤੋਂ ਲਾਹਾ ਲੈ ਸਕਣ। ਜਾਂ ਕੋਈ ਬਹੁਤ ਭੈੜੀਆਂ ਗੱਲਾਂ ਹੁੰਦੀਆਂ ਉਸ ਦਾ ਵੀ ਉਲਥਾ ਕਰ ਦਿੰਦੇ ਹਨ ਤਾਂ ਕਿ ਸਾਡੇ ਵੀਰ ਉਹਨਾਂ ਤੋਂ ਬਚ ਸਕਣ। ਪਰ ਭੈੜੀਆਂ ਗੱਲਾਂ ਦਾ ਜਦੋਂ ਉਲਥਾ ਕਰਦੇ ਆ ਉਹਦੇ ਪਿੱਛੇ ਲਿਖਣਾ ਪੈਣਾ ਕਿ ਇਹ ਸਭ ਗਪੌੜ ਨੇ, ਮੈਂ ਸਿਰਫ ਤੁਹਾਡੀ ਜਾਣਕਾਰੀ ਲਈ ਉਲਥਾ ਕੀਤਾ ਹੈ, ਇਹ ਤੁਹਾਡੇ ਮੰਨਣ ਯੋਗ ਨਹੀਂ ਹਨ, ਤੁਹਾਡੇ ਜੀਵਨ ਵਿੱਚ ਇਹ ਕਿਸੇ ਕੰਮ ਆਉਣ ਵਾਲੇ ਨਹੀਂ ਹਨ। ਅਤੇ ਅਸੀਂ ਇਸ ਗ੍ਰੰਥ ਦੇ ਅੰਤ ਵਿੱਚ ਦੇਖਾਂਗੇ ਕਿ ਅਗਰ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ ਸਭ ਕੁਝ ਤਾਂ ਉਹ ਸਾਨੂੰ ਕੀ ਨਸੀਹਤ ਦਿੰਦੇ ਹਨ, ਉਹ ਅਸੀਂ ਆਖਰ ਵਿੱਚ ਦੇਖਾਂਗੇ। ਤੋ ਜਿਸ ਬਹੁਤ ਸਾਰੇ ਦੈਂਤਾਂ ਨੂੰ ਮਾਰ ਦਿੱਤਾ, ਦੈਂਤਾਂ ਦੇ ਦੰਦ ਕਈ ਕੋਹਾਂ ਜਿੱਡੇ ਸਨ, ਉਹ ਮਹਾਂਕਾਲ ਨੂੰ ਮਾਰਨਾ ਚਾਹੁੰਦੇ ਸਨ। ਹੁਣ ਦੈਂਤਾਂ ਦੀ ਸੈਨਾ ਦੀ ਗਿਣਤੀ ਜੇ ਤੁਸੀਂ ਦੇਖੋਗੇ ਤੇ ਤੁਸੀਂ ਦੰਦ ਤੁਹਾਡੇ ਜੁੜ ਜਾਣਗੇ। ਦੈਂਤਾਂ ਦੀ ਜੋ ਸੈਨਾ ਦੀ ਗਿਣਤੀ ਹੈ ਉਹ ਹੈ 20 ਪਦਮ ਸੈਨਾ। 20 ਪਦਮ ਹੁੰਦਾ, ਇੱਕ ਪਦਮ ਹੁੰਦਾ, ਇੱਕ ਦੇ ਨਾਲ 15 ਜ਼ੀਰੋ, ਇੱਕ ਪਦਮ ਹੁੰਦਾ। 20 ਪਦਮ ਮਤਲਬ 2 ਦੇ ਨਾਲ 16 ਜ਼ੀਰੋ ਲਗਾ ਕੇ, ਮੈਂ ਇਹਨੂੰ ਦੱਸ ਨਹੀਂ ਸਕਦਾ ਕਿੰਨਾ ਬਣਿਆ, ਪਰ ਅੱਜ ਦੀ ਜਨਸੰਖਿਆ ਨਾਲੋਂ 2.5 ਲੱਖ ਗੁਣਾ ਜ਼ਿਆਦਾ, 2.5 ਲੱਖ ਗੁਣਾ ਜ਼ਿਆਦਾ। ਇੱਕ ਦੀ ਜਗ੍ਹਾ 2.5 ਲੱਖ ਜਮ੍ਹਾਂ ਕਰਦੇ ਜਾਓ। ਅੱਜ ਇੱਕ ਫੌਜੀ ਹੈ ਉਹਦੇ ਮੁਕਾਬਲੇ 'ਚ 2.5 ਲੱਖ, ਅਤੇ ਜੇ ਅੱਜ ਸੰਸਾਰ ਦੀ ਜਨਸੰਖਿਆ ਜਿਹੜੀ ਹੈ ਉਹ 790 ਕਰੋੜ ਹੈ ਤਾਂ ਉਸ ਨੂੰ 2.5 ਲੱਖ ਨਾਲ ਮਲਟੀਪਲਾਈ ਕਰਕੇ ਤੁਹਾਡੇ ਕੋਲ ਇਹ ਜਿਹੜੀ ਫਿਗਰ ਆਉਣੀ ਹੈ ਇਹ ਹੈਗੀ ਹੈ 2 ਦੇ ਨਾਲ 16 ਸਿਫਰ। ਮੈਨੂੰ ਤਾਂ ਬੋਲਣਾ ਵੀ ਨਹੀਂ ਆਉਂਦਾ ਇਹ ਕਿੰਨਾ, ਇਹ ਪਦਮ ਜਿਹੜੇ 20 ਪਦਮ ਇੰਨੇ ਬਣਦੇ ਹਨ। ਐਡੀ ਵੱਡੀ ਗੱਪ ਸ਼ਾਇਦ ਤੁਸੀਂ ਦੁਨੀਆ 'ਚ ਪਹਿਲਾਂ ਕਦੀ ਨਹੀਂ ਸੁਣੀ ਹੋਣੀ। ਔਰ ਜਿੰਨੀ ਧਰਤੀ ਹੈ, ਕੋਈ 29% ਧਰਤੀ ਜੋ ਸੰਸਾਰ ਦੀ ਹੈ ਉਹ 29% ਧਰਤੀ ਸੁੱਕੀ ਹੈ, 29 ਪੁਆਇੰਟ ਸਮਥਿੰਗ। ਅਤੇ ਇੰਨੀ ਧਰਤੀ 'ਤੇ ਇੰਨੇ ਲੋਕ ਸਮਾ ਨਹੀਂ ਸਕਦੇ, ਆ ਨਹੀਂ ਸਕਦੇ। ਇਸ ਕਰਕੇ ਭਾਈ ਜਿਹੜੀ ਗੱਲ ਹੈ ਉਹ ਸਮਝਣੀ ਹੈ ਕਿ ਕਿੱਡੀਆਂ ਵੱਡੀਆਂ ਵੱਡੀਆਂ ਗੱਪਾਂ। ਇਹ ਇੱਕ ਪਾਸੇ ਦੀ ਸੈਨਾ ਹੈ, ਦੂਜੇ ਪਾਸੇ ਦੀ ਸੈਨਾ ਦਾ ਵੇਰਵਾ ਇਸ ਗ੍ਰੰਥ ਵਿੱਚ ਨਹੀਂ ਦਿੱਤਾ ਹੋਇਆ। ਜੇ ਉਹ ਵੀ ਇੰਨੀ ਹੋਈ ਤੇ ਅੰਦਾਜ਼ਾ ਲਗਾਓ ਇਹ ਕਿਹੜੀ ਧਰਤੀ 'ਤੇ ਲੜਾਈ ਹੁੰਦੀ ਹੋਵੇਗੀ। ਨਿਰੇ ਗਪੌੜ ਨੇ, ਜਿੰਨੇ ਵੱਡੇ ਮਰਜ਼ੀ ਛੱਡੀ ਜਾਓ, ਇਹ ਗਪੌੜਾਂ ਇੱਥੇ ਛੱਡੀਆਂ ਹੋਈਆਂ ਹਨ। ਅਤੇ ਲੜਾਈ ਹੋ ਰਹੀ ਸੀ। ਇਤਨੇ ਘਮਸਾਨ ਦਾ ਯੁੱਧ ਹੋਇਆ ਕਿ ਘੋੜਿਆਂ ਦੇ ਖੁਰਾਂ ਨਾਲ ਧਰਤੀ ਦੇ 6 ਪੁੜ ਧੂੜ ਬਣ ਕੇ ਉੱਡ ਗਏ। ਮਤਲਬ ਧਰਤੀ ਦੇ 7 ਪੁੜ ਕਹਿੰਦੇ ਨੇ ਅਤੇ 6 ਪੁੜ ਉੱਡ ਗਏ, ਇੱਕੋ ਹੀ ਪੁੜ ਬਚਿਆ, ਧੂੜ ਬਣ ਕੇ ਉੱਡ ਗਏ। ਧਰਤੀ ਕੇਵਲ ਇੱਕ ਪੁੜ ਰਹਿ ਗਈ। ਬ੍ਰਹਮਾ ਕਮਲ ਦੀ ਨਾਲ ਵਿੱਚ, ਵਿਸ਼ਨੂੰ ਸਮੁੰਦਰ ਵਿੱਚ ਛੁਪ ਗਿਆ। ਜਿਹੜੇ ਮਹਾਨ ਬ੍ਰਹਮਾ ਅਤੇ ਵਿਸ਼ਨੂੰ ਆ ਉਹ ਛੁਪ ਗਏ ਡਰਦੇ ਮਾਰੇ, ਲੜਾਈ ਦੇ ਡਰਦੇ ਮਾਰੇ। ਵਿਸ਼ਨੂੰ ਸਮੁੰਦਰ ਵਿੱਚ ਛੁਪ ਗਿਆ ਅਤੇ ਮਹਾਦੇਵ ਆਸਣ ਤੋਂ ਡੋਲ ਗਿਆ। ਮਹਾਂਕਾਲ ਦਸਮ ਗ੍ਰੰਥ ਦਾ ਰੱਬ ਜਿਹੜਾ ਹੈ 4 ਬਾਹਾਂ ਵਾਲਾ ਨੂੰ ਬਹੁਤ ਕ੍ਰੋਧ ਆਇਆ। ਮੰਨ ਲਓ ਸਾਡਾ ਜਿਹੜਾ ਰੱਬ, ਅਸੀਂ ਉਹ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਵਾਲੀ ਗੱਲ ਕਰਦੇ ਹਾਂ, ਪਰ ਇਹ ਜਿਹੜਾ ਰੱਬ ਆ ਨਾ ਇਹਨੂੰ ਬਹੁਤ ਗੁੱਸਾ ਆਉਂਦਾ, ਬਹੁਤ ਕ੍ਰੋਧ ਆਉਂਦਾ। ਅਤੇ ਮਹਾਂਕਾਲ ਨੂੰ ਬਹੁਤ ਕ੍ਰੋਧ ਆਇਆ ਅਤੇ ਉਸਨੇ ਕੀ ਕੀਤਾ, ਅਧਿਕ ਕ੍ਰੋਧ ਕਰਕੇ ਉਸਨੇ ਬਹੁਤ ਬਾਣ ਚਲਾਏ। ਛਿਣ ਵਿੱਚ ਹੀ ਬਹੁਤ ਸਾਰੇ ਬੈਰੀ ਮਾਰ ਦਿੱਤੇ। ਤਦ ਧਰਤੀ 'ਤੇ ਬਹੁਤ ਖੂਨ ਡੁੱਲਿਆ। ਉਸ ਖੂਨ ਤੋਂ, ਉਸ ਲਹੂ ਤੋਂ ਹੋਰ ਬਹੁਤ ਸਾਰੇ ਦੈਂਤ ਪੈਦਾ ਹੋ ਗਏ। ਇਸ ਭਿਆਨਕ ਲੜਾਈ ਨੂੰ ਦੇਖ ਕੇ ਬ੍ਰਹਮਾ ਅਤੇ ਵਿਸ਼ਨੂੰ ਡਰ ਗਏ। ਪਹਿਲਾਂ ਲੁਕ ਗਏ ਸੀ, ਹੁਣ ਡਰ ਗਏ ਅਤੇ ਮਹਾਂਕਾਲ ਦੀ ਸ਼ਰਨ ਵਿੱਚ ਆ ਕੇ
ਰੱਖਿਆ ਲਈ ਬੇਨਤੀਆਂ ਕਰਨ ਲੱਗੇ। ਉਹ ਜਿਹੜਾ ਲੜ ਰਿਹਾ ਸੀ ਨਾ ਮਹਾਂਕਾਲ, ਜਿਹੜਾ ਇਸ ਗ੍ਰੰਥ ਦਾ ਰੱਬ ਹੈ, ਉਹਦੇ ਕੋਲ ਆ ਕੇ ਰੱਖਿਆ ਲਈ ਬੇਨਤੀਆਂ ਕਰਨ ਲੱਗੇ। ਆ ਕੇ ਅਰਜ਼ੋਈ ਕੀਤੀ, ਬੇਨਤੀਆਂ ਕਰਨ ਲੱਗੇ ਵੀ ਤੁਸੀਂ ਸਾਨੂੰ ਬਚਾ ਲਓ, ਬਹੁਤ ਔਖਾ ਕੰਮ ਹੋ ਗਿਆ ਹੈ, ਤੁਸੀਂ ਸਾਡੀ ਕਿਰਪਾ ਕਰਕੇ ਰੱਖਿਆ ਕਰੋ। ਕਾਲ ਉਹਨਾਂ ਦੇ ਬੋਲ ਸੁਣ ਕੇ ਕਹਿ ਕਹਿ ਕਰਕੇ ਹੱਸਣ ਲੱਗਾ। ਹੁਣ ਇਹ ਰੱਬ ਦੀ ਇੱਕ ਖਾਸ ਹੋਰ ਖੂਬੀ ਕੀ ਹੈ, ਇਹ ਕੋਈ ਵੀ ਮਜਬੂਰ ਇਹਦੇ ਕੋਲ ਆ ਜਾਏ, ਜਿਹੜਾ ਬੰਦਾ ਲਾਚਾਰ ਹੋਵੇ, ਮਜਬੂਰ ਹੋਵੇ, ਉਹਦੇ ਉੱਤੇ ਇਹ ਬਹੁਤ ਮਖਰੀ ਹਾਸੀ ਹੱਸਦਾ। ਜਿੱਦਾਂ ਕਿਸੇ ਦੀ ਬੇਇੱਜ਼ਤੀ ਕਰਨ ਨੂੰ ਹੱਸਣਾ ਹੁੰਦਾ ਨਾ, ਵੀ ਹਾਂ ਵੱਡੇ ਬਹਾਦਰ ਬਣੇ ਫਿਰਦੇ ਸੀ, ਹੁਣ ਆਏ ਨਾ ਮੇਰੀ ਸ਼ਰਨ ਵਿੱਚ, ਇੱਦਾਂ ਦੀ ਹਾਸੀ। ਜੋ ਕੋਈ ਬੰਦਾ ਮਜਬੂਰ ਹੁੰਦਾ, ਉਹ ਕਿਸੇ ਵੱਡੇ ਕੋਲ ਜਾਂਦਾ, ਉਹਨੂੰ ਮਖੌਲ ਕਰਦਾ, ਹੱਸਦਾ, ਅੱਛਾ ਵੀ ਆ ਗਏ ਹੁਣ, ਬਹੁਤ ਵਧੀਆ, ਵੱਡਾ ਸ਼ੇਰ ਬਣਿਆ ਫਿਰਦਾ ਸੀ। ਇਸ ਤਰ੍ਹਾਂ ਦੀ ਹਾਸੀ ਹਾ 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 ਕਰਕੇ ਜਿਹੜਾ ਉਹ ਮਹਾਂਕਾਲ ਹੈ ਉਹ ਹੱਸਦਾ। ਤਾਂ ਅੱਗੋਂ ਕੀ ਕੀਤਾ, ਕਾਲ ਉਹਨਾਂ ਦੇ ਬੋਲ ਸੁਣ ਕੇ ਕਹਿ ਕਹਿ ਕਰਕੇ ਹੱਸਣ ਲੱਗਾ। ਮਹਾਂਕਾਲ ਭਾਵ ਰੱਬ ਨੇ ਅੱਗੋਂ ਰੱਖਿਆ ਰੱਖਿਆ ਸ਼ਬਦ ਦਾ ਉਚਾਰਨ ਕੀਤਾ। ਮਹਾਂਕਾਲ ਸਾਰੇ ਸ਼ਸਤਰ ਧਾਰਨ ਕਰਕੇ ਯੁੱਧ ਵਿੱਚ ਚਲੇ ਗਿਆ ਅਤੇ ਬਹੁਤ ਜ਼ਬਰਦਸਤ ਯੁੱਧ ਕੀਤਾ। ਮਹਾਂਕਾਲ ਨੂੰ ਪਸੀਨਾ ਆ ਗਿਆ। ਲਓ ਜੀ, ਹੁਣ ਜਿਹੜਾ ਅਸੀਂ ਰੱਬ ਦਾ, ਅਸੀਂ ਜੋ ਗੁਰਮਤਿ ਅਨੁਸਾਰ ਸਮਝਦੇ ਸਨ ਕਿ ਰੱਬ ਕੋਈ ਸਰੀਰਧਾਰੀ ਰੱਬ ਨਹੀਂ ਹੈ, ਉਹ ਇੱਕ ਕੋਈ ਵਿਅਕਤੀ ਨਹੀਂ ਹੈ, ਉਹ ਇੱਕ ਸ਼ਕਤੀ ਹੈ, ਇੱਕ ਪਾਵਰ ਹੈ, ਇੱਕ ਨਿਯਮ ਹੈ, ਇੱਕ ਕਾਨੂੰਨ ਹੈ, ਇੱਕ ਹੁਕਮ ਹੈ, ਇੱਕ ਰਜ਼ਾ ਹੈ, ਇੱਕ ਭਾਣਾ ਹੈ, ਉਹ ਸਾਰਾ ਕੁਛ ਇਸ ਨੇ ਮਲੀਆ ਮੇਟ ਕਰ ਦਿੱਤਾ। ਰੱਬ ਜਿੱਦਾਂ ਅਸੀਂ ਜ਼ਿਆਦਾ ਕੰਮ ਕਰਦੇ ਹਾਂ, ਸਾਨੂੰ ਪਸੀਨਾ ਆ ਜਾਂਦਾ, ਜਦ ਦੌੜ ਭੱਜ ਕਰਦੇ ਹਾਂ, ਰੱਬ ਵੀ ਸਾਡੇ ਵਰਗਾ ਹੀ, ਪਰ ਇੰਨਾ ਹੀ ਫਰਕ ਹੈ, ਉਹਦੇ 4 ਹੱਥ ਨੇ। ਇਸ ਗ੍ਰੰਥ ਦੇ ਰੱਬ ਦੇ, ਇਸ ਰਚਨਾ ਵਾਲੇ ਰੱਬ ਦੇ 4 ਹੱਥ ਨੇ, ਪਰ ਪਸੀਨਾ ਐਵੇਂ ਆਉਂਦਾ ਜਿਵੇਂ ਸਾਨੂੰ ਆਉਂਦਾ। ਜੇ ਕਿਸੇ ਨੇ ਰੈਫਰ ਕਰਨਾ ਹੋਵੇ ਤਾਂ ਇਹ 109 ਨੰਬਰ ਬੰਦ ਹੈ, ਜਿੱਥੇ ਪਸੀਨਾ ਆਉਂਦਾ ਰੱਬ ਨੂੰ, ਉੱਥੋਂ ਦੇਖ ਸਕਦੇ ਹੋ। ਅਤੇ ਉਸ ਨੇ ਪਸੀਨੇ ਨੂੰ ਪੂੰਝ ਕੇ ਧਰਤੀ ਉੱਤੇ ਸੁੱਟ ਦਿੱਤਾ। ਉਸ ਪਸੀਨੇ ਤੋਂ ਭੱਟਾਚਾਰਜ ਪੈਦਾ ਹੋ ਗਿਆ। ਫਿਰ ਢਾਡ ਸੈਨ ਦਾ ਸਰੀਰ ਧਾਰਨ ਕਰਕੇ ਕਰਕਾ ਰਾਗ ਵਿੱਚ ਮਹਾਂਕਾਲ ਦੀ ਵਾਰ ਗਾਉਣ ਲੱਗਾ। ਲਓ ਜੀ, ਇਹ ਬੰਦੇ ਪੈਦਾ ਕਰਨ ਦਾ, ਇਨਸਾਨ ਪੈਦਾ ਹੋਣ ਦੀ ਪਹਿਲਾਂ ਵਿਧੀ ਦੇਖੀ ਸੀ, ਦੂਲਾਂ ਦੇ ਅੱਗ ਵਿੱਚੋਂ ਪੈਦਾ ਹੋਈ ਸੀ। ਔਰ ਇਹ ਜਿਹੜਾ ਹੁਣ ਪਸੀਨੇ ਤੋਂ ਭੱਟਾਚਾਰਜ ਪੈਦਾ ਹੋ ਗਏ ਅਤੇ ਫਿਰ ਉਹ ਗਾਉਣ ਲੱਗ ਗਏ। ਫਿਰ ਅੱਗੇ ਹੋਰ ਪਸੀਨਾ ਡੁੱਲਿਆ ਤਾਂ ਉਸ ਤੋਂ ਭੂਮ ਸੈਨ ਪੈਦਾ ਹੋ ਗਿਆ। ਭੂਮ ਸੈਨ ਪੈਦਾ ਹੁੰਦਿਆਂ ਹੀ ਕਿਰਪਾਨ ਕੱਢ ਕੇ ਦੈਂਤਾਂ ਨਾਲ ਲੋਹਾ ਲੈਣ ਲੱਗਾ। ਪਹਿਲਾਂ ਵਾਲਾ ਗਾਣੇ ਗਾਉਣ ਲੱਗਾ, ਉਹਦੀ ਉਸਤਤ ਕਰਨ ਲੱਗਾ ਰੱਬ ਦੀ। ਫਿਰ ਇਹ ਦੂਜਾ ਜਿਹੜਾ ਭੂਮ ਸੈਨ ਪੈਦਾ ਹੋਇਆ, ਇਹ ਜੰਮਦੇ ਹੀ ਜਵਾਨ ਪੈਦਾ ਹੁੰਦੇ। ਸਭ ਤੋਂ ਵੱਡੀ ਗੱਲ ਹੈ, ਇਸ ਗ੍ਰੰਥ ਦੇ ਅਨੁਸਾਰ ਜਿਹੜਾ ਵੀ ਜੰਮਦਾ, ਕੋਈ ਅੱਗ ਵਿੱਚੋਂ, ਕੋਈ ਪਸੀਨੇ ਵਿੱਚੋਂ, ਉਹ ਨੌਜਵਾਨ ਹੀ ਜੰਮਦਾ ਹੈ, ਛੋਟਾ ਬੱਚਾ ਨਹੀਂ ਜੰਮਦਾ। ਇਹ ਜੰਮਣ ਦੀ ਵਿਧੀ ਜਿਹੜੀ ਗੁਰੂ ਗ੍ਰੰਥ ਸਾਹਿਬ ਵਾਲੀ, ਉਸ ਨੂੰ ਰੱਦ ਕਰ ਦਿੱਤਾ। ਅਸੀਂ ਪਹਿਲੀ ਵੀਡੀਓ ਵਿੱਚ ਵੀ ਜਾਣਿਆ ਸੀ ਕਿ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ, ਇਹ ਭਗਤ ਕਬੀਰ ਜੀ ਕਹਿ ਰਹੇ ਨੇ 872 ਪੰਨੇ 'ਤੇ ਰਾਗ ਗਾਉਣ ਦੇ ਵਿੱਚ, ਕਿ ਮਾਤਾ ਪਿਤਾ ਤੋਂ ਬਿਨਾਂ ਬੱਚਾ ਪੈਦਾ ਨਹੀਂ ਹੁੰਦਾ। ਪਰ ਇਸ ਗ੍ਰੰਥ ਅਨੁਸਾਰ ਅੱਗ ਵਿੱਚੋਂ ਵੀ ਬੱਚਾ ਪੈਦਾ ਹੋ ਜਾਂਦਾ, ਉਹ ਵੀ ਨੌਜਵਾਨ, ਔਰ ਫਿਰ ਪਸੀਨੇ ਵਿੱਚੋਂ ਵੀ ਬੱਚਾ ਪੈਦਾ ਹੋ ਜਾਂਦਾ। ਇਹ ਅਸੀਂ ਸਾਰੀਆਂ ਨਵੀਆਂ ਨਵੀਆਂ ਜਿਹੜੀਆਂ ਕਾਢਾਂ ਦੇਖਦੇ ਹਾਂ। ਅਤੇ ਮਾਂ ਕੀ ਰਖਤ ਪਿਤਾ ਬਿਦ ਧਾਰਾ, ਮੂਰਤ ਸੂਰਤ ਕਰ ਅਪਾਰਾ, ਇਹ ਅਸੀਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਬਾਣੀ ਹੈ, ਜੋ ਰਾਗ ਮਾਰੂ ਵਿੱਚ 1022 ਪੰਨੇ ਉੱਤੇ ਅੰਕ ਉੱਤੇ ਅੰਕਿਤ ਹੈ। ਤਾਂ ਅੰਦਾਜ਼ਾ ਲਗਾਓ, ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ ਕਿ ਇਸ ਸੰਸਾਰ ਵਿੱਚ ਇਨਸਾਨ ਦੇ ਪੈਦਾ ਹੋਣ ਦਾ ਹੋਰ ਕੋਈ ਤਰੀਕਾ ਨਹੀਂ, ਹੋਰ ਕੋਈ ਵਿਧ ਨਹੀਂ ਹੈ। ਪਰ ਇਹ ਗ੍ਰੰਥ ਦਾ ਲਿਖਾਰੀ ਕਹਿੰਦੇ ਗੁਰੂ ਗੋਬਿੰਦ ਸਿੰਘ। ਮੈਨੂੰ ਤਾਂ ਸ਼ੱਕ ਹੈ ਕਿ ਵੀ ਯਾਰ ਇਵੇਂ ਗੁਰੂ ਗੋਬਿੰਦ ਸਿੰਘ ਆਪਣੇ ਗੁਰੂ ਨਾਨਕ ਪਾਤਸ਼ਾਹ ਦੇ ਲਿਖੇ ਨੂੰ ਕਿਵੇਂ ਰੱਦ ਕਰ ਸਕਦੇ ਆ, ਕਿਵੇਂ ਕੱਟ ਸਕਦੇ ਆ, ਜਿਹੜਾ ਅੱਜ ਤੱਕ ਸਾਇੰਸ ਵੀ ਨਹੀਂ ਕੱਟ ਕਰ ਸਕੀ। ਉਹ ਵੀ ਜੇ ਟੈਸਟ ਟਿਊਬ ਬੇਬੀ ਵੀ ਪੈਦਾ ਕਰਨਾ, ਉਹਦੇ ਲਈ ਵੀ ਇਹ ਦੋਨੋਂ ਚੀਜ਼ਾਂ ਜ਼ਰੂਰੀ ਹੈ। ਮਾਤਾ ਦਾ ਰਖਤ ਅਤੇ ਪਿਤਾ ਦੀ ਵੀਰਜ ਚਾਹੀਦੀ ਹੈ, ਤਾਂ ਹੀ ਬੱਚਾ ਪੈਦਾ ਹੁੰਦਾ। ਪਰ
इस ग्रंथ का करता जो लिखारी है वो कह रहा नहीं जी पसीने तो भी बच्चे पैदा होंदे ने। सो ये तुसीं देखते जाना कि यह जड़ियाँ गल्लां ये कहानियाँ गुरु ग्रंथ साहब की विचारधारा अनुसार गुरमत अनुसार सही हैं जां गलत हैं। मनना ना मनना हर बंदे दी अपने मन की गल है, वो जिवें ठीक समझा कर दो। भूम सैन पैदा होंदियां ही किरपान कढ़ के दैंतां नाल लोहा लैण लगा। ज्यों ज्यों ढाडी महाकाल की उस्तत करदा सी तिवें तिवें महाकाल का गुमान हंकार वधदा जा रहा सी। हुण सुन लो, असीं तां सुणदे सी कि रब जिहड़ा उसनूं वड्डा दाता तिल ना तमाई, जे सब मिल के आखण पाहें वड्डा ना होवै घाट ना जाए। जे सारी दुनिया उसनूं याद करे तां वह अपने आप च आकड़दा नहीं फुलदा नहीं, अपनी वडियाई नहीं जानता कि मैनू बहुत लोग याद करते हैं। जे कोई उसका नां नहीं लैंदा तो वह घटदा नहीं, वह वधदा घटदा नहीं, वो एकदम स्टेबल है। असी यही गुरबाणी विच समझिया सी। पर आ जिहड़ा रब आ जदों ही उहदी उस्तत होई वो फुल के ढोल बन गया और फिर बड़े जोश दे विच आके उसने लड़ाई शुरू की। इस रब नूं हंकार भी हुंदा सी। गुमान विच आके महाकाल ने बहुत दैंतां नूं मारिया। इन्हां दैंतां दे खून अते मिज तो जो दैंत पैदा होए उन्हां दा वेरवा हुण सुन लो। वो दैंत जिहड़े पैदा होए वेरवा सुनो। कईयां दी एक अख, कईयां दा एक पैर, 2-2 हज़ार बाहां, एक दैंत दियां 2-2 हज़ार बाहां, फिर कईयां दियां 500 भुजावां सन। वो एक सरोवर शराब का पीण वाले सन। मान लो एक जिहड़ा दैंत है एक सरोवर शराब का पी जाते। हुण पता नहीं लखां ही दैंत ने किन्ने सरोवर शराब दे होणगे जिहड़े पी के वो लड़ाई करते सन। भंग दे 10,000 घड़े पी के युद्ध करते सन। भंग दे 10,000 घड़े पी के दैंत युद्ध करते सन। काल नूं भी कुछ कु क्रोध हो गया, क्रोध भी करता सी काल। अब सुन लो जी, उन्हों क्रोध भी आउंदा सी। क्रोध हो गया, उसने बालों तो पकड़ के दैंतां नूं पछाड़ दिता। बालों तो फड़ फड़ के कुट्टे उसने दैंत ने। किते खोतियां उत्ते चढ़े सूरमे गज रहे सन। अद सवारी देखी जानी। हुण सवारी जिहड़ी है कि ये 181 नंबर छंद तो तुसी देख सकते सवारी शुरू हो जानी है। किते खोतियां उत्ते चढ़े सूरमे गज रहे सन, किते सूरां उपर सवार सन, किते सप्पां उपर सवार सन, किते कामां उपर सवार सन, कई उठूआं उपर सवार। उठूआं इन्ना क हुंदा, ਉਹਦਾ मतलब कुछ ग्राम भी भार नहीं होना। ਉਹਦੇ उत्ते सूरमे चढ़ के जिन्हां दे दंद जिहड़े कई कोहां सन, ਉਹ जिन्हां दियां बाहां किसी दी 500 तो किसी दी 2000 सी, वो चढ़ के करते आए अठूआं ते। कमाल दियां गल्लां। ਇਹ गुरमत गुरु नानक दे मत विच ये कहानियां वाड़ दित्तियां और ये साडा कह दिता कि गुरु गोबिंद सिंह जी की रचना है। हुण अंदाज़ा ला लो भी साडे सतगुरां नूं किड्डी मिट्टी पलीत कीती उन्हां दी। वो एडे महान सूरवीर योधे सन, पर इन्हां लिखारियां ने इन्हां ग्रंथां नूं मन्नण वालियां ने साडे सतगुरां दी किड्डी मिट्टी पलीत कीती है। जे कहो भी उल्था है, उल्था तो साडे लई मुख बागबाणी नहीं, फिर सानू कोई मतलब नहीं जे पढ़ना पढ़े। साडी तां गल उन्हां वीरां नाल जिहड़े कहिंदे ये गुरबाणी है, गुरु गोबिंद सिंह दी बाणी है। तो हुण आम समझ वाला बंदा भी समझ जाएगा कि आ अठूआं उत्ते चढ़ के सप्पां उत्ते चढ़ के वो दैंत जिन्हां दियां 2-2 हज़ार बाहां किड्डे किड्डे शरीर होणगे उन्हां दे, वो चढ़ के आ रहे ने। तो जे आह ही कुछ सच है फिर परमात्मा भली करे, फिर तो सब कुछ ठीक ठाक ही है। अगे की होया, कोई गिरजा उत्ते चढ़ के आ रहे सी, अठूआं उत्ते चढ़ के आ रहे सी। महाकाल ने मोहन अस्त्र, वरण अस्त्र अते अग्नि अस्त्र छड्डे अते बहुत सारे दैंतां नूं मार दिता। ये अस्त्र छड्डे, मोहन किस नूं मोहित कर देना, वो मोहित करता हुण लड़न जोगा नहीं रहिंदा। ठीक है। फिर उत्थों वरण अस्त्र छड्डिया, पानी दे फुहारां छड्डियां होणगीआं, कुछ कीता होएगा शायद, उदों भी आ सिस्टम होएगा।
ਅਤੇ ਬਹੁਤ ਸਾਰੇ ਦੈਂਤਾਂ ਨੂੰ ਮਾਰ ਦਿੱਤਾ। ਉੱਧਰੋਂ ਦੈਂਤ ਵੀ ਪੂਰੇ ਜੋਸ਼ ਨਾਲ ਲੜ ਰਹੇ ਸਨ। ਦੈਂਤ ਜਿਹੜਾ ਵੀ ਸ਼ਾਸਤਰ ਚਲਾਉਂਦੇ ਸਨ ਉਹ ਖੁੰਡਾ ਹੋ ਕੇ ਧਰਤੀ 'ਤੇ ਡਿੱਗ ਪੈਂਦਾ ਸੀ। ਜਿਹੜਾ ਦੈਂਤ ਹਮਲਾ ਕਰਦਾ ਸੀ ਉਸ ਦਾ ਸ਼ਾਸਤਰ ਮਹਾਂਕਾਲ ਵਿੱਚ ਹੀ ਸਮਾ ਜਾਂਦਾ ਸੀ। ਭਾਵ ਦੈਂਤ ਜਿਹੜੇ ਸ਼ਾਸਤਰ ਲੈਸ ਹੋ ਰਹੇ ਸੀ। ਇਸ ਤਰ੍ਹਾਂ ਦੈਂਤਾਂ ਨੇ ਕ੍ਰੋਧ ਕਰਕੇ ਮੂੰਹ ਵਿੱਚੋਂ ਅਗਨੀ ਕੱਢੀ। ਲਓ ਜੀ, ਹੁਣ ਇੱਕ ਨਵਾਂ ਤਰੀਕਾ ਹੋਰ ਹੈ ਬੰਦੇ ਪੈਦਾ ਕਰਨ ਦਾ। ਦੈਂਤਾਂ ਨੇ ਮੂੰਹ ਵਿੱਚੋਂ ਅਗਨੀ ਕੱਢੀ। ਉਸ ਅਗਨੀ ਤੋਂ ਪਠਾਨ ਪੈਦਾ ਹੋ ਗਏ। ਮਤਲਬ ਪਠਾਨ ਜਿਹੜੇ ਆ ਦੈਂਤਾਂ ਦੀ ਅਗਨੀ ਤੋਂ ਪੈਦਾ ਹੋਏ ਹਨ ਇਸ ਗ੍ਰੰਥ ਅਨੁਸਾਰ। ਫਿਰ ਮੂੰਹ ਵਿੱਚੋਂ ਅੰਗਾਰੇ ਕੱਢੇ ਤਾਂ ਉਸ ਤੋਂ ਮੁਗਲ ਪੈਦਾ ਹੋ ਗਏ। ਮੁਗਲ ਜਿਹੜੇ ਆ ਉਹ ਅੱਗ ਤੋਂ ਪੈਦਾ ਹੋਏ ਨੇ। ਉਹ ਅਗਨੀ ਤੋਂ, ਇਹ ਅੰਗਾਰਿਆਂ ਤੋਂ। ਠੀਕ ਹੈ। ਜਦੋਂ ਕ੍ਰੋਧ ਵਿੱਚ ਆ ਕੇ ਸਾਹ ਲਿਆ ਤਾਂ ਉਸ ਵਿੱਚੋਂ ਸੈਯਦ ਅਤੇ ਸ਼ੇਖ ਪੈਦਾ ਹੋ ਗਏ। ਇਹਨਾਂ ਸਾਰਿਆਂ ਨੇ ਜੰਮਦਿਆਂ ਸਾਰ ਹੀ ਹੱਥ ਵਿੱਚ ਸ਼ਾਸਤਰ ਲੈ ਕੇ ਮਹਾਂਕਾਲ ਦੇ ਵਿਰੁੱਧ ਲੜਾਈ ਸ਼ੁਰੂ ਕਰ ਦਿੱਤੀ। ਖਾਨ ਤਾਂ ਸ਼ਰਾਬ ਨਾਲ ਬੰਦਹੋਸ਼ ਹੋ ਕੇ ਲੜ ਰਹੇ ਸਨ। ਇਹ ਸਾਰੇ ਰਲ ਕੇ ਮਹਾਂਕਾਲ ਦਾ ਇੱਕ ਵਾਲ ਵੀ ਨਾ ਉਖਾੜ ਸਕੇ। ਇਹ ਸਾਰੇ ਲੜਦੇ ਸੀ ਰੱਬ ਨਾਲ, ਮਹਾਂਕਾਲ ਨਾਲ, ਉਸ ਦਾ ਕੁਝ ਵੀ ਵਿਗਾੜ ਨਾ ਸਕੇ। ਮਹਾਂਕਾਲ ਨੇ ਜਦੋਂ ਸਾਰੇ ਮੁਗਲਾਂ, ਪਠਾਣਾਂ ਅਤੇ ਸੈਯਦਾਂ ਨੂੰ ਮਾਰ ਦਿੱਤਾ ਤਾਂ ਇੱਕ ਵਾਰੀ ਫਿਰ ਦੈਂਤ ਲੜਾਈ ਕਰਨ ਲਈ ਮੈਦਾਨ ਵਿੱਚ ਆ ਗਏ। ਹੁਣ ਲੱਗਦਾ ਹੈ ਕਿ ਮਹਾਂਕਾਲ ਵਿਚਿੱਤਰ ਨਾਟਕ ਦਾ ਰੱਬ ਥੱਕ ਗਿਆ ਸੀ। ਹੁਣ ਦੇਖੋ, ਮੈਂ ਇਹ ਲਿਖਿਆ ਹੈ ਮੇਰੇ ਕੋਲੋਂ ਵੀ ਹੁਣ ਲੱਗਦਾ ਥੱਕ ਗਿਆ। ਜਦੋਂ ਕੋਈ ਬੰਦਾ ਥੱਕ ਜਾਂਦਾ ਨਾ, ਹਾਰਨ ਲੱਗਦਾ, ਉਹ ਫਿਰ ਹੋਸ਼ੇ ਹਥਿਆਰਾਂ 'ਤੇ ਉਤਰ ਆਉਂਦਾ। ਅਸੀਂ ਜਾਣਦੇ ਹਾਂ ਕਿ ਦੂਜੀ ਵਰਲਡ ਵਾਰ ਦੇ ਵਿੱਚ ਜਦੋਂ ਅਮਰੀਕਾ ਵਾਲੀ ਪਾਰਟੀ ਹਾਰ ਰਹੀ ਸੀ ਤਾਂ ਉਹਨਾਂ ਨੇ ਜਾਪਾਨ ਉੱਤੇ, ਨਾਗਾਸਾਕੀ ਅਤੇ ਹੀਰੋਸ਼ੀਮਾ ਦੇ ਉੱਤੇ ਐਟਮ ਬੰਬ ਸੁੱਟੇ ਸੀ। ਇਹਨੂੰ ਕਹਿੰਦੇ ਹੋਸ਼ੇ ਹਥਿਆਰਾਂ 'ਤੇ ਉਤਰ ਆਉਣਾ। ਦੁਨੀਆ ਦੇ ਆਪਣੀ ਜਿੱਤ ਪੱਕੀ ਕਰਨ ਲਈ ਕੁਝ ਵੀ ਕਰਨ ਨੂੰ ਤਿਆਰ ਹੋ ਜਾਣਾ। ਇਵੇਂ ਹੀ ਲੱਗਦਾ ਇਹ ਮਹਾਂਕਾਲ, ਇਹ ਜਿਹੜਾ ਇਸ ਲਿਖਾਰੀ ਦਾ ਰੱਬ ਜਾਂ ਇਸ ਵਿਚਾਰ ਜੋ ਵੀ ਅਸੀਂ ਵਿਚਾਰ ਕਰ ਰਹੇ ਹਾਂ, ਚਰਿੱਤਰ ਨੰਬਰ 404 ਦਾ ਰੱਬ, ਉਹ ਘਬਰਾ ਗਿਆ ਵੀ ਇਹਨਾਂ ਨੂੰ ਖਤਮ ਕਰਨਾ ਤਾਂ ਬਹੁਤ ਮੁਸ਼ਕਿਲ ਹੋ ਗਿਆ। ਇਹ ਜਿੰਨੇ ਮਾਰਦੇ ਆ ਉਨੇ ਹੋਰ ਪੈਦਾ ਹੋ ਜਾਂਦੇ ਨੇ ਅਤੇ ਇਹ ਕੀ ਕੀਤਾ ਜਾਵੇ ਤਾਂ ਹਾਰ ਨਾ ਜਾਏ। ਤਾਂ ਉਸ ਨੇ ਯੁੱਧ ਨਿਯਮ ਨੂੰ ਛਿੱਕੇ ਟੰਗ ਕੇ ਆਪਣੀ ਰੱਬੀ ਸ਼ਕਤੀ ਵਰਤਣੀ ਸ਼ੁਰੂ ਕਰ ਦਿੱਤੀ। ਮਹਾਂਕਾਲ, ਅਸਤੁਜ, ਦੋ ਨਾਂ ਚੱਲਦੇ ਨੇ, ਕਈ ਨਾਂ ਨੇ ਹੁਅੰਗ ਸ਼ਬਦ ਉਚਾਰਿਆ, ਜਿਸ ਤੋਂ ਅਣਗਿਣਤ ਰੋਗਾਂ ਨੇ ਜਨਮ ਲਿਆ। ਇਸ ਤਰ੍ਹਾਂ ਸਾਰੇ ਦੈਂਤ ਮਾਰਨ ਲੱਗੇ। ਉਸਨੇ ਬਿਮਾਰੀਆਂ ਫੈਲਾ ਦਿੱਤੀਆਂ। ਹੁਣ ਗ੍ਰੰਥ ਵਿੱਚ ਇੰਨੀਆਂ ਬਿਮਾਰੀਆਂ ਲਿਖੀਆਂ ਹੋਈਆਂ ਵੀ ਜਿੰਨੀਆਂ ਕਿਸੇ ਨੂੰ ਯਾਦ ਹੈ, ਹੁਣ ਮੈਂ ਇੱਥੇ ਅੰਕਿਤ ਨਹੀਂ ਕੀਤੀਆਂ। ਤਪਦਿਕ ਰੋਗ, ਬੁਖਾਰ, ਤੇਈਆ, ਸਾਹ ਦੀ ਬਿਮਾਰੀ, ਦਮੇ ਦੀ ਬਿਮਾਰੀ, ਫਲਾਨਾ, ਜਿੰਨੇ ਬਿਮਾਰੀਆਂ ਹਨ, ਖੂਨ ਦੀ ਬਿਮਾਰੀ, ਖੂਨ ਸੁੱਕ ਜਾਣਾ, ਫੋੜੇ, ਫਿੰਸੀਆਂ, ਜਿੰਨੇ ਤਪਦਿਕ, ਔਰ ਫਿਰ ਕੀ ਆ ਮਾਤਾ ਚੇਚਕ ਰੋਗ, ਸਾਰੇ ਬੇਅੰਤ ਬਿਮਾਰੀਆਂ ਲਿਖੀਆਂ, ਗ੍ਰੰਥ ਭਰਿਆ ਪਿਆ। ਇਹ ਬਿਮਾਰੀਆਂ ਫੈਲਾ ਦਿੱਤੀਆਂ। ਹੁਣ ਬੰਦਾ ਕੀ ਕਰੇ? ਪਹਿਲਾਂ ਤਾਂ ਖੂਨ ਧਰਤੀ ਡਿੱਗਦਾ ਸੀ ਤਾਂ ਉਹਦੇ ਤੋਂ ਹੋਰ ਦੈਂਤ ਪੈਦਾ ਹੁੰਦੇ, ਮਿੱਝ ਡਿੱਗਦੀ ਉਹ ਤੋਂ ਹੋਰ ਪੈਦਾ ਹੁੰਦੇ ਸੀ। ਪਿਛਾਂ ਨੂੰ ਦੌੜਦੇ ਸੀ ਤਾਂ ਸਾਹ ਤੋਂ, ਹਵਾ ਤੋਂ ਪੈਦਾ ਹੋਈ ਜਾਂਦੇ ਸੀ। ਹੁਣ ਜਿਹੜਾ ਮਹਾਂਕਾਲ ਨੇ ਕੀ ਕੀਤਾ? ਬਿਮਾਰੀਆਂ ਫੈਲਾ ਦਿੱਤੀਆਂ। ਤਾਂ ਜਦੋਂ ਬਿਮਾਰੀਆਂ ਫੈਲਾ ਦਿੱਤੀਆਂ ਤਾਂ ਫਿਰ ਮਹਾਂਕਾਲ ਨੇ ਸੋਚਿਆ ਕਿ ਇਹ ਜੇ ਸਾਰੇ ਮਰ ਗਏ ਤਾਂ ਫਿਰ ਤਾਂ ਗੱਲ ਤਮਾਸ਼ਾ ਕਿੱਦਾਂ ਬਣੂ? ਜਾਂ ਦੂਜੇ ਲਫ਼ਜ਼ਾਂ ਵਿੱਚ ਫਿਰ ਲੋਕੀ ਮੈਨੂੰ ਇਤਿਹਾਸ ਵਿੱਚ ਇਹ ਨਾ ਕਹਿਣ ਲੱਗ ਜਾਣ ਕਿ ਰੱਬ ਨੇ ਤਾਂ ਬਹੁਤ ਹੇਠਲੇ ਦਰਜੇ ਦੀ ਗੱਲ ਕੀਤੀ ਆ, ਲੋਕਾਂ ਨੂੰ ਬਿਮਾਰੀਆਂ ਨਾਲ ਮਾਰ ਦਿੱਤਾ, ਨਹੀਂ ਤਾਂ ਰੱਬ ਹਾਰਿਆ ਹੀ ਪਿਆ ਸੀ ਅਤੇ ਦੈਂਤਾਂ ਨੇ ਜਿੱਤ ਜਾਣਾ ਸੀ। ਹੁਣ ਹੋਸ਼ੇ ਹਥਿਆਰ ਵਰਤੇ ਆ। ਫਿਰ ਰੱਬ ਨੇ ਇੱਕ ਨਵੀਂ ਨਵੀਂ ਚੀਜ਼ ਖੋਜ ਕੀਤੀ। ਹੁਣ ਕੀ ਕੀਤਾ ਰੱਬ ਨੇ ਕਿ ਉਹ ਜਿਹੜੇ ਬਿਮਾਰ ਹੁੰਦੇ ਸੀ ਉੱਥੇ ਔਸ਼ਧੀਆਂ ਪੈਦਾ ਕਰਤੀਆਂ। ਉਹਨਾਂ ਵਿੱਚ ਹੀ ਉਸਨੇ ਇਸ ਤਰ੍ਹਾਂ ਦੇ ਪੇੜ ਪੌਦੇ, ਚੀਜ਼ਾਂ ਬਣਾ ਦਿੱਤੀਆਂ ਅਤੇ ਔਸ਼ਧੀਆਂ ਪੈਦਾ ਹੋਣ ਦਾ ਵਰਦਾਨ ਦਿੱਤਾ। ਫਿਰ ਦੈਂਤ ਔਸ਼ਧੀਆਂ ਖਾ ਕੇ ਠੀਕ ਹੋਣ ਲੱਗੇ। ਤਦ ਦੈਂਤਾਂ ਨੇ ਠੀਕ ਹੋ ਕੇ ਅਗਨੀ ਸ਼ਸਤਰ ਛੱਡਿਆ ਤਾਂ ਮਹਾਂਕਾਲ ਨੇ ਵਰਨ ਅਸਤਰ ਛੱਡਿਆ। ਦੈਂਤਾਂ ਨੇ ਪਵਨ ਅਸਤਰ ਛੱਡਿਆ ਤਾਂ ਮਹਾਂਕਾਲ ਨੇ ਭੂਦਰ ਪਰਬਤ
ਅੱਗੇ ਕਰ ਦਿੱਤਾ, ਅਸਤਰ ਛੱਡਿਆ, ਚਲਾਇਆ। ਇਸ ਤਰ੍ਹਾਂ ਬਹੁਤ ਭਿਆਨਕ ਯੁੱਧ ਮਚਿਆ। ਫਿਰ ਦੇਵਤੇ ਇੰਦਰ ਦੇਵਤੇ ਦੀ ਕਮਾਨ ਹੇਠਾਂ ਲੜਾਈ ਦੇ ਮੈਦਾਨ ਵਿੱਚ ਕੁੱਦ ਪਏ, ਪਰ ਦੈਂਤਾਂ ਨੇ ਦੇਵਤਿਆਂ ਨੂੰ ਭਾਜੜਾਂ ਪਾ ਦਿੱਤੀਆਂ। ਮਤਲਬ ਦੈਂਤ ਬੜੇ ਬਲਵਾਨ ਸਨ। ਤਦ ਮਹਾਕਾਲ ਨੇ ਦੇਵਤਿਆਂ ਨੂੰ ਯੁੱਧ ਵਿੱਚੋਂ ਭੱਜਦਿਆਂ ਨੂੰ ਦੇਖਿਆ ਤਾਂ ਉਸਨੇ ਸਾਰੇ ਅਸਤਰ ਸ਼ਸਤਰ ਚਲਾ ਦਿੱਤੇ। ਅਸੀਂ ਇਹ ਧਿਆਨ ਕਰਨਾ, ਅਸੀਂ ਇਹ ਸਾਰਾ ਕੁਝ ਕਿਉਂ ਸੁਣ ਰਹੇ ਹਾਂ ਕਿ ਜੇ ਮਹਾਕਾਲ ਨੇ ਸਵਾਸ ਵੀਰਜ ਨੂੰ ਮਾਰ ਦਿੱਤਾ ਤਾਂ ਫਿਰ ਉਹਦਾ ਵਿਆਹ ਦੇਖਣਾ। ਅਸੀਂ ਇਹ ਕਹਾਣੀ ਤਾਂ ਪੂਰੀ ਸੁਣਨੀ ਹੈ, ਵਿਆਹ ਛੋਟਾ ਮੋਟਾ ਨਹੀਂ। ਇੱਕ ਦੁਨੀਆ ਦੀ ਸਭ ਤੋਂ ਖੂਬਸੂਰਤ ਲੜਕੀ ਦਾ ਵਿਆਹ, ਕਿਉਂਕਿ ਜਦੋਂ ਦੁੱਲਾ ਦੇਈ ਪੈਦਾ ਹੋਈ ਨਾ, ਉਹ ਕਹਿੰਦੇ ਵੀ ਚੰਦ ਸੂਰਜ ਵੀ ਦੇਖ ਕੇ ਸ਼ਰਮਾਉਂਦੇ ਸੀ, ਇੰਨੀ ਖੂਬਸੂਰਤ ਹੈ। ਇਹ ਖੂਬਸੂਰਤ ਲੜਕੀ ਦਾ, ਔਰਤ ਦਾ ਵਿਆਹ ਅਤੇ ਰੱਬ ਦੇ ਨਾਲ ਵਿਆਹ, ਕਿੱਡਾ ਵੱਡਾ ਵਿਆਹ ਹੋਏਗਾ ਉਹ ਅਸੀਂ ਦੇਖਣਾ। ਇਸ ਕਰਕੇ ਭਾਵੇਂ ਇਹ ਕਹਾਣੀਆਂ ਇੰਨੀਆਂ ਦਿਲਚਸਪ ਮਤਲਬ ਚੰਗੀਆਂ ਨਹੀਂ ਲੱਗਦੀਆਂ, ਗੁਰਮਤ ਅਨੁਸਾਰ ਜਿਹੜੇ ਗੁਰਮਤ ਦੇ ਧਾਰਨੀ ਬੰਦੇ ਬੋਰ ਹੋ ਰਹੇ ਹੋਣਗੇ ਸੁਣ ਕੇ, ਪਰ ਸੁਣਨੀ ਇਸ ਲਈ ਪੈ ਰਹੀ ਹੈ ਕਿ ਵਿਆਹ ਦੇਖਣ ਚੱਲੇ ਹਾਂ, ਅਤੇ ਵਿਆਹ ਦੇਖਣ ਲਈ ਥੋੜ੍ਹੀ ਜਿਹੀ ਮਿਹਨਤ ਤਾਂ ਕਰਨੀ ਪਏਗੀ। ਤਾਂ ਫਿਰ ਅਸਤਰ ਸ਼ਸਤਰ ਚਲਾ ਦਿੱਤੇ। ਹੁਣ ਮਹਾਕਾਲ ਰੱਬ ਜੀ ਨੇ ਹਜ਼ਾਰ ਹਜ਼ਾਰ ਰੂਪ ਧਾਰਨ ਕੀਤੇ ਅਤੇ ਕਹਿ ਕਰਕੇ ਹੱਸਿਆ। ਰੱਬ ਹੱਸਦਾ ਬਹੁਤ ਹੈ, ਮਤਲਬ ਹਾਸਾ ਬਹੁਤ ਆਉਂਦਾ ਰੱਬ ਨੂੰ, ਹਾ 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 ਕਰਕੇ ਹੱਸਦਾ, ਕਹਿ ਕਰਕੇ ਹੱਸਿਆ ਅਤੇ ਦੰਦ ਕੱਢ ਕੇ ਮੂੰਹ ਵਿੱਚੋਂ ਅੱਗ ਉਗਲਣ ਲੱਗਾ। ਕਈ ਦੈਂਤਾਂ ਨੂੰ ਆਪਣੀਆਂ ਦਾੜ੍ਹਾਂ ਨਾਲ ਚਬਾ ਕੇ ਖਾ ਗਿਆ। ਲਓ ਜੀ, ਇਹ ਰੱਬ ਜਿਹੜਾ ਇਹ ਮਾਸਾਹਾਰੀ ਹੈ, ਇਹ ਵੈਸ਼ਨੋ ਨਹੀਂ। ਇਹ ਵੀ ਧਿਆਨ ਕਰਨਾ, ਕਿਉਂਕਿ ਉਹ ਜੀਂਦੇ ਹੀ ਫੜ ਕੇ ਦਾੜ੍ਹਾਂ ਨਾਲ ਖਾ ਗਿਆ ਦੈਂਤਾਂ ਨੂੰ। ਉਹ ਦੈਂਤ ਕਿਹੜੇ ਛੋਟੇ ਸੀ, ਜਿਨ੍ਹਾਂ ਦੇ ਦੰਦੀ ਦੈਂਤਾਂ ਦੇ ਕਈ ਕੋਹ ਲੰਮੇ ਸਨ। ਅੰਦਾਜ਼ਾ ਲਓ ਦੈਂਤ ਕਿੱਡੇ ਵੱਡੇ ਹੋਣਗੇ। ਉਹਨਾਂ ਸਾਰਿਆਂ ਨੂੰ ਕੱਚਿਆਂ ਨੂੰ ਚਬਾ ਗਿਆ ਰੱਬ। ਇਹ ਅਸੀਂ ਕਹਿ ਰਹੇ ਹਾਂ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਇਹ ਕਹਾਣੀ ਸੁਣਾ ਰਹੇ ਨੇ। ਦਾੜ੍ਹਾਂ ਨਾਲ ਚਬਾ ਕੇ ਖਾ ਲਿਆ, ਕਈਆਂ ਨੂੰ ਦ੍ਰਿਸ਼ਟੀ ਨਾਲ ਖਿੱਚ ਲਿਆ, ਕਈਆਂ ਨੂੰ ਲਹੂ ਰਹਿਤ ਕਰ ਦਿੱਤਾ। ਕੋਈ ਲਹੂ ਧਰਤੀ ਡੁੱਲਦਾ ਸੀ, ਉਹਨਾਂ ਦਾ ਖੂਨ ਹੀ ਸੁਕਾ ਦਿੱਤਾ। ਹੁਣ ਹੋਰ ਦੈਂਤ ਪੈਦਾ ਹੋਣੋਂ ਰੁਕ ਗਏ। ਫਿਰ ਦੈਂਤਾਂ ਨੇ ਚਿੰਤਾ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਚਿੰਤਾ ਤੋਂ ਹੋਰ ਦੈਂਤ ਪੈਦਾ, ਜਦੋਂ ਖੂਨ ਸੁੱਕਣ ਲੱਗਾ, ਬਿਮਾਰ ਹੋ ਗਏ, ਮਰਨ ਲੱਗੇ, ਉਹ ਚਿੰਤਾ ਕਰਨ ਲੱਗੇ ਵੀ ਸਾਡਾ ਕੀ ਬਣੂ। ਉਹ ਚਿੰਤਾ ਤੋਂ ਦੈਂਤ ਪੈਦਾ ਹੋ ਗਏ। ਪਹਿਲਾਂ ਖੂਨ ਤੋਂ ਬਣਦੇ ਸੀ। ਦੇਖੋ ਕਿੰਨੀਆਂ ਵਿਧੀਆਂ ਬੰਦੇ ਪੈਦਾ ਕਰਨ ਦੀਆਂ, ਅੰਦਾਜ਼ਾ ਲਾਈ ਜਾਓ। ਅੱਗ ਤੋਂ ਪੈਦਾ ਹੁੰਦੇ ਆ, ਪਸੀਨੇ ਤੋਂ ਪੈਦਾ ਹੁੰਦੇ ਆ, ਖੂਨ ਤੋਂ ਪੈਦਾ ਹੁੰਦਾ ਬੰਦਾ, ਮਿੱਝ ਤੋਂ ਪੈਦਾ ਹੁੰਦਾ, ਅਤੇ ਹਵਾ ਤੋਂ ਵੀ ਪੈਦਾ ਹੁੰਦਾ, ਸਾਹ ਲੈਣ ਨਾਲ ਪੈਦਾ ਹੁੰਦਾ। ਹੁਣ ਜਿਹੜਾ ਹੈ ਉਹ ਨਵੀਂ ਇੱਕ ਟੈਕਨੀਕ ਆਈ ਹੈ ਅਤੇ ਉਹ ਚਿੰਤਾ ਕਰਨ ਨਾਲ ਵੀ ਹੋਰ ਦੈਂਤ ਪੈਦਾ ਹੋਣ ਲੱਗ ਗਏ। ਇਸ ਤਰ੍ਹਾਂ ਭਿਅੰਕਰ ਯੁੱਧ ਹੋ ਰਿਹਾ ਸੀ ਤਾਂ ਸ਼ੇਰ 'ਤੇ ਸਵਾਰ ਹੋ ਕੇ ਦੁੱਲਾ ਦੇਈ ਨਾਮ ਦੀ ਇਸਤਰੀ ਪ੍ਰਗਟ ਹੋਈ। ਲਓ, ਹਾਲੇ ਤਾਂ ਪਹਿਲਾਂ ਕਈ ਵਾਰ ਤਾਂ ਲੜਾਈ ਕਰ ਹਟੀ, ਹੁਣ ਫਿਰ ਪ੍ਰਗਟ ਹੋ ਗਈ। ਭੁੱਲ ਗਏ ਸੀ, ਸ਼ੁਰੂ ਤਾਂ ਲੜਾਈ ਉਸ ਨੇ ਕੀਤੀ ਸੀ। ਅਤੇ ਪ੍ਰਗਟ ਹੋਈ, ਉਸਨੇ ਆਉਂਦਿਆਂ ਹੀ ਬਹੁਤ ਸਾਰੇ ਦੈਂਤ ਮਾਰ ਦਿੱਤੇ। ਮਹਾਕਾਲ ਕ੍ਰੋਧ ਨਾਲ ਦੰਦ ਕੱਢਣ ਲੱਗਾ। ਹੁਣ ਮੈਦਾਨ ਵਿੱਚ ਮਹਾਕਾਲ ਅਤੇ ਸਵਾਸ ਵੀਰਜ ਹੀ ਬਚੇ ਸਨ। ਭਾਵ ਸਾਰੀ ਹੀ 2 ਦੇ ਨਾਲ 16 ਸਿਫਰਾਂ ਵਾਲੀ ਸੈਨਾ ਦੈਂਤਾਂ ਦੀ, ਜਿਹੜੀ 2.5 ਲੱਖ ਗੁਣਾ ਜ਼ਿਆਦਾ ਹੈ ਅੱਜ ਦੀ ਜਨਸੰਖਿਆ ਤੋਂ। ਕਿੰਨੇ ਕੁ ਉਹਨਾਂ ਕੋਲ ਹਾਥੀ ਘੋੜੇ ਰੱਥ ਹੋਣਗੇ। ਇਸ ਧਰਤੀ 'ਤੇ ਸਮਾਉਣੇ ਤਾਂ ਔਖੇ ਨੇ। ਪਤਾ ਨਹੀਂ ਕਿਹੜੀ ਧਰਤੀ ਦੀਆਂ ਇਹ ਕਹਾਣੀਆਂ ਗੱਲਾਂ ਨੇ, ਸਮਝ ਤੋਂ ਪਰੇ ਦੀਆਂ ਗੱਲਾਂ ਨੇ। ਤਾਂ ਉਹ ਸਾਰੇ ਹੀ ਮਰ ਗਏ ਸਾਰੇ ਪਾਸਿਓਂ, ਸਾਰੇ 2 ਹੀ ਬਚੇ। ਕੌਣ ਬਚਿਆ? ਬਚਿਆ ਇੱਕ ਪਾਸੇ ਤਾਂ ਸਵਾਸ ਵੀਰਜ ਬਚਿਆ ਅਤੇ ਦੂਜੇ ਪਾਸੇ ਮਹਾਕਾਲ ਬਚਿਆ। ਅਤੇ ਫਿਰ ਕੀ ਕੀਤਾ? ਦੈਂਤ ਇੱਕ ਕਦਮ ਵੀ ਪਿੱਛੇ ਨਾ ਹਟਿਆ, ਭਾਵੇਂ ਉਸ ਦੀਆਂ ਆਂਦਰਾਂ ਗਿੱਧਾਂ ਆਕਾਸ਼ ਵਿੱਚ ਲੈ ਗਈਆਂ ਸਨ। ਮਹਾਕਾਲ ਅਸਤੁਜ ਨੇ 20,000 ਬਾਣ ਦੈਂਤ ਉੱਤੇ ਛੱਡੇ। 20,000 ਜਿਹੜੇ ਬਾਣ ਹੈ ਨਾ, ਤੀਰ ਹੈ, ਉਹ ਦੈਂਤ ਉੱਤੇ ਮਹਾਕਾਲ ਨੇ ਛੱਡੇ। ਹੁਣ ਅੱਗੇ ਕੁਛ ਨੁਕਤੇ ਨੋਟ ਕਰਨ ਵਾਲੇ ਨੇ,
क्योंकि हुण इह कहानी नूं खत्म करना चाहुंदा लिखारी जिसने भी लिखी है। जे गुरु गोबिंद सिंह ने कहंदे लिखी है तो फिर उदां मन लो कि मैनूं लगदा नहीं कि गुरु गोबिंद सिंह जी इहो जिहियां कहानियां सानूं सुणाउण आए होण। जिसने भी लिखी है हुण इह कहानी नूं समेटना सी, खत्म करना सी। ਇਹ मैं पूरे प्रसंग विचों तुहानूं कोई 5-10% गल्लां सुणाईयां ने, सारियां सुणावांगे तो कई दिनां दा काम सी। इन्ना सुण के बोर हो गए होणे आ। विआह देखना हुण देखदे हां अगे रब जिहड़ा वायदा कीता सी उस नूं पूरा करदा है नहीं करदा, जां लिखारी दी गलती है जां रब दी गलती है। हुण असीं अगे देखदे हुंदा की है। हुण महाकाल ने एक बाण नाल दैन दा झंडा डगा दिता, बाकी फौजां मर गईयां सारियां। हुण आमो सामने आ, एक पासे सुआस बीरद है और दूजे पासे महाकाल है। एक तीर मारिया तां उहदा झंडा गिरा दिता, दूजे बाण नाल वैरी दा सिर उड़ा दिता, दूजे बाण दे नाल उस सुआस बीरद दा सिर उड़ा दिता। धड़ अलग, सिर अलग हो गया। हुण इत्थे अगे बड़े नुकते नोट करन वाले ने। रब किड्डा भुलक्कड़ है, जां रब किड्डा जालम है, जां रब किहो जिहा यार ज्ञान विहूणा लग रहा भी हुण किसी बंदे दा सिर वड़ दिता। हुण बाकी की बचिया, कहानी तो खत्म हो गई। पर नहीं, रब नूं गुस्सा बहुत सी, इन्ना गुस्सा तैश चढ़िया होया सी। रब ने सिर वड्डण उडाउण तो बाद की कीता, 2 तीरां नाल सुआस बीरद दे रथ दे पहिए कट दिते। हुण देखो निर्जिंद रथ, काहदा गुस्सा उत्ते? उत्ते बैठण वाला लड़ाई करन वाला बंदा मारिया गया। हुण वो पहिए रहण ना रहण ते काहदे गुस्सा कड्ढी जाना, तीर खराब करने, टाइम एनर्जी वेस्ट करना। पर क्योंकि कहानी एक तो लम्मी करनी आ, एक मतलब कहानी का सिर पैर रखना ही नहीं कोई। वो साडे दिमाग की टेस्टिंग करते ने ग्रंथ लिखण वाले, ये कितों तक कदों विरोध करनगे। सिख विरोध कभी करते नहीं, वो कहते सब ठीक ठाक है, सब वधिया, क्योंकि गुरु के नाँ से लिख देने कि गुरु गोबिंद सिंह जी ने लिखिया। हुण गुरु गोबिंद सिंह के विरुद्ध कोई सिख किवें बोल सकता है? सारे सिख गुरु गोबिंद सिंह जी नूं प्यार करते हैं, पर उन्हें लिखिया नहीं लिखिया, उन्होंने सिर मड़ दिता। उन्हें लिखिया लो जी ये रब जी किड्डे गुस्से खोर, किड्डे जालम ने। चलो बेदान रथ दे पहिए दा कट्टे सी, फिर 4 तीर चलाए। 4 तीरां नाल रब ने 4 घोड़ियां नूं मार दिता। देखो किड्डा जालम। घोड़े किहड़े बंदूकां चला रहे सी? बंदा मर गया जिहदे लई रथ चल रहा सी, घोड़े रथ लैके जाण वाले सी। हुण रथ जिथे मर्जी घुमदा रहे, उत्ते कोई तीर चलाउण वाला ही नहीं, कोई उत्ते लड़न वाला ही नहीं, तो की फर्क पैना सी? पर नहीं, रब नूं बड़ा गुस्सा चढ़िया सी। महाकाल ने 4 तीर चलाए ते 4 घोड़े रथ दे मार दिते। फिर असकेत ने बाण मार के दैंत दा मत्था कट दिता। हुण सोचण वाली गल है यार, जदों किसी बंदे दा सिर धड़ नालों अलग कर दिता, हुण वो मरे होए नूं मत्थे विच फिर तीर मारना। हुण इहदे विचों की भालदे यार? इन्नी जालमता भी तुहाडा विरोधी मर गया, लड़ाई तुसीं जित लई, ते हुण सत्कार बनदा उहदा संस्कार करो। जिहड़ी भी रोह रीति है, बहादरी तो इसे गल च आ। लड़ाई जित लई, लड़ाई आमो सामने सी, मार दिता वो भी ठीक है, कोई गल नहीं, सिर कट दिता। हुण मरे होए सिर दे विच, मत्थे दे विच फिर तीर मारना। असीं अपने आप नूं जागदे कहने, सिख जागदे ने, सिख बड़े अपडेट ने, सिखां दा गुरु ज्ञान है। तो इत्थे ये मरे होए सिर दे विच, मत्थे विच तीर मार रहे, हाले भी गुस्सा ठंडा नहीं होया, गल हाले भी नहीं बनी। सब कुछ करके फिर एक होर बाण मार के वैरी दे हथ कट दिते। हुण एक तीर नाल दोनों हथ कटते। 4 घोड़ियां नूं मारन लई 4 तीर वरते सी, 2 रथां नूं तोड़न लई 2 तीर वरते सी, पर 2 हत्थां नूं कट्टण लई इक्को ही तीर वरते। मर्जी है। फिर तीर मार के वो दोनों हथ कट दिते। हुण ये असीं जिहड़ा रोज़ असीं नितनेम पढ़दे हां,
इस त्रिया चरित्र का चरित्र नंबर 404 जो विचित्र नाटक जिसनों दसम ग्रंथ भी कहते ने, दसम श्री गुरु ग्रंथ साहब भी कहते ने, कई नाम ने, ਉਹਦਾ 404ਵਾਂ ਚਰਿੱਤਰ ਜਿਹਦੇ 405 ਬੰਦ ਹਨ। ਹੁਣ ਅਸੀਂ ਇੱਥੇ ਪਹੁੰਚ ਗਏ ਹਾਂ ਬੰਦ ਨੰਬਰ 377 ਤੇ ਪਹੁੰਚਣ ਵਾਲੇ ਹਾਂ। ਤੇ ਕੀ ਹੋਇਆ ਫਿਰ? 377 ਨੰਬਰ ਤੇ ਇਹ ਜਿਹੜੀ ਅਸੀਂ ਇਸ ਰੱਬ ਅੱਗੇ ਅਰਦਾਸ ਕਰਦੇ ਹਾਂ। ਫਿਰ ਜੈ ਜੈਕਾਰ ਹੋ ਗਈ, ਸਾਰੇ ਫਤਿਹ ਹੋ ਗਿਆ ਨਾ, ਰਾਖਸ਼ ਮਾਰੇ ਗਏ ਤੇ ਰੱਬ ਜਿੱਤ ਗਿਆ, ਮਹਾਕਾਲ ਜਿੱਤ ਗਿਆ। ਹੁਣ ਇਸ ਰੱਬ ਅੱਗੇ ਅਸੀਂ ਰੋਜ਼ ਪੜ੍ਹਦੇ ਹਾਂ, ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਇਹ ਕਵੀਓ ਬਾਜ ਬੇਨਤੀ ਚ ਪਈ, ਜਿਹਦੇ ਅੱਗੇ ਅਸੀਂ ਪਾਤਸ਼ਾਹੀ 10ਵੀਂ ਲਗਾਇਆ ਹੋਇਆ ਹੈ। ਅਗਰ ਵਾਕਿਆ ਇਹ ਸੱਚ ਹੈ, ਕਿਉਂਕਿ ਮੈਂ ਫੈਸਲਾ ਨਹੀਂ ਕਰ ਸਕਦਾ ਕੋਈ, ਮੈਂ ਸਿਰਫ ਤੁਹਾਨੂੰ ਕਹਾਣੀ ਸੁਣਾਉਣੀ ਹੈ। ਫੈਸਲਾ ਤੁਸੀਂ ਸਮਝ ਕੇ ਆਪੇ ਕਰਨਾ ਕਿ ਜੇ ਵਾਕਿਆ ਹੀ ਇਹ ਗੁਰੂ, ਜੇ ਅਸੀਂ ਕਵੀਵਾਚ ਬੇਨਤੀ ਚੌਪਈ ਪਾਤਸ਼ਾਹੀ 10ਵੀਂ ਲਿਖਣਾ ਤਾਂ ਫਿਰ ਅਸੀਂ ਇਹ ਪੂਰੀ ਕਹਾਣੀ ਨੂੰ ਪਾਤਸ਼ਾਹੀ 10ਵੀਂ ਦੀ ਹੀ ਮੰਨਣਾ ਪੈਣਾ। ਅਸੀਂ ਇਹ ਨਹੀਂ ਕਹਿ ਸਕਦੇ ਕਿ ਇਸ ਕਹਾਣੀ ਦੇ 405 ਬੰਦਾਂ ਦੇ ਵਿੱਚੋਂ ਜਿਹੜੇ 377 ਬੰਦ ਤੱਕ ਤਾਂ ਕਿਸੇ ਹੋਰ ਨੇ ਲਿਖੇ ਆ, ਪਰ 377 ਬੰਦ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੇ ਆ, ਤੇ ਫਿਰ ਇਹ 401 ਬੰਦ ਤੱਕ ਲਿਖੇ ਗੁਰੂ ਗੋਬਿੰਦ ਸਿੰਘ ਨੇ। ਉਦੋਂ ਅੱਗੇ ਫਿਰ ਜਿਹੜੇ ਆ 4 ਬੰਦ ਉਹ ਕਿਸੇ ਹੋਰ ਨੇ ਲਿਖੇ। ਇਹ ਪ੍ਰਮਾਣ ਨਹੀਂ ਹੋਣੇ, ਇਹ ਗੱਲ ਕਿਤੇ ਵੀ ਮੰਨੀ ਨਹੀਂ ਜਾਣੀ। ਜਾਂ ਤਾਂ ਪੂਰਾ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ, ਜੇ ਪੂਰਾ ਹੀ ਗੁਰੂ ਗੋਬਿੰਦ ਸਿੰਘ ਨੇ ਲਿਖਿਆ ਫਿਰ ਸਾਨੂੰ ਸਾਰੀਆਂ ਗਪੌੜਾਂ ਦਾ ਨੂੰ ਵੀ ਐਕਸੈਪਟ ਕਰਨਾ ਪੈਣਾ, ਫਿਰ ਗੁਰੂ ਗੋਬਿੰਦ ਸਿੰਘ ਜੀ ਨੂੰ ਕੁਝ ਪਤਾ ਨਹੀਂ ਸੀ। ਤਾਂ ਜੇ ਅਸੀਂ ਇਹ ਕਹਿੰਦੇ ਹਾਂ ਫਿਰ ਇਹ ਗੁਰੂ ਗੋਬਿੰਦ ਸਿੰਘ ਨੇ ਨਹੀਂ ਲਿਖਿਆ, ਤਾਂ ਫਿਰ ਭਾਈ ਸਾਨੂੰ ਕੋਈ ਕਿਉਂ ਬੰਦਿਸ਼ ਕਿਉਂ ਹੈ? ਕਿਉਂਕਿ ਬੰਦਿਸ਼ ਤਾਂ ਗੁਰੂ ਕਰਕੇ ਹੈ ਨਾ। ਤੇ ਅਸੀਂ ਅੱਗੇ ਪੜ੍ਹਦੇ ਹਾਂ ਕੀ ਲਿਖਿਆ। 377 ਤੋਂ ਲੈ ਕੇ ਬੰਦ ਨੰਬਰ 401 ਤੱਕ ਦੀ ਚੌਪਈ, ਜਿਸ ਵਿੱਚ ਰੱਖਿਆ ਕਰਨ ਲਈ ਬੇਨਤੀਆਂ ਕੀਤੀਆਂ ਗਈਆਂ ਹਨ, ਉਹ ਇਹੀ ਰੱਬ ਹੈ। ਇਹ ਰੱਬ ਜਿਹਦੇ 4 ਹੱਥ ਨੇ, ਇਹ ਰੱਬ ਜਿਸ ਨੂੰ ਗੁੱਸਾ ਬਹੁਤ ਆਉਂਦਾ, ਇਹ ਰੱਬ ਜਿਸ ਨੂੰ ਪਸੀਨਾ ਬਹੁਤ ਆਉਂਦਾ, ਇਹ ਰੱਬ ਜਿਹੜਾ ਮਤਲਬ ਦੁਸ਼ਮਣੀ ਰੱਖਦਾ ਕਿਸੇ ਨਾਲ, ਜਿਹੜਾ ਆਪਣੇ ਹੰਕਾਰ ਵਿੱਚ ਵੀ ਆਉਂਦਾ। ਜੇ ਇਹਦੀ ਉਸਤਤ ਕਰੋ, ਇਹ ਰੱਬ ਨੂੰ ਹੰਕਾਰ ਬਹੁਤ ਹੁੰਦਾ। ਇਹ ਰੱਬ ਦੂਸਰਿਆਂ ਦੀ ਮਜਬੂਰੀ 'ਤੇ ਹੱਸਦਾ ਬਹੁਤ ਹੈ, ਠਹਾਕੇ ਲਾ ਕੇ ਹੱਸਦਾ, ਬਹੁਤ ਹੱਸਦਾ। ਅਤੇ ਇਹ ਰੱਬ ਨੂੰ ਫਿਰ ਸਾਨੂੰ ਮੰਨਣਾ ਪਏਗਾ। ਅਤੇ ਅੱਗੇ ਅਸੀਂ ਦੇਖਦੇ ਹਾਂ ਆਖਰ ਵਿੱਚ ਇਹ ਲਿਖਾਰੀ ਕਹਿੰਦਾ ਹੈ ਕਿ ਮੇਰੇ ਉੱਤੇ ਜਗਤ ਮਾਤਾ ਨੇ ਕਿਰਪਾ ਕੀਤੀ ਹੈ, ਤਾਂ ਹੀ ਮੈਂ ਇਹ ਸਭ ਸ਼ੁਭ ਗੁਣਾਂ ਨਾਲ ਭਰਪੂਰ ਗ੍ਰੰਥ ਪੂਰਾ ਕਰ ਸਕਿਆ ਹਾਂ। ਕਿਰਪਾ ਕਰੀ ਹਮ ਪਰ ਜਗ ਮਾਤਾ, ਮਾਤਾ ਨੇ ਸਾਡੇ 'ਤੇ ਕਿਰਪਾ ਕੀਤੀ ਹੈ ਤਾਂ ਇਹ ਗ੍ਰੰਥ ਮੈਂ ਲਿਖ ਸਕਿਆ ਹਾਂ। ਜੇਕਰ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਫਿਰ ਸਾਨੂੰ ਸਾਰੇ ਸਿੱਖਾਂ ਨੂੰ ਦੇਵੀ ਦੇ ਪੁਜਾਰੀ ਬਣਨਾ ਪੈਣਾ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਅਗਰ ਇਹ ਲਿਖਦੇ ਨੇ ਤਾਂ ਫਿਰ ਸਿੱਖ ਨੂੰ ਤਾਂ ਮੰਨਣਾ ਪੈਣਾ, ਸਿੱਖ ਭੱਜ ਨਹੀਂ ਸਕਦਾ। ਪਰ ਫਿਰ ਗੁਰੂ ਗ੍ਰੰਥ ਸਾਹਿਬ ਛੁੱਟ ਜਾਣੇ ਆ, ਕਿਉਂਕਿ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਲਿਖਿਆ ਹੋਇਆ, ਦੇਵੀ ਦੇਵਾ ਮੂਲ ਹੈ ਮਾਇਆ, ਸਿਮਰਤ ਸਾਸਤ ਜਿਨੋ ਪਾਇਆ। ਗੁਰੂ ਅਮਰਦਾਸ ਜੀ ਪਾਤਸ਼ਾਹ ਕਹਿੰਦੇ ਨੇ ਇਹ ਦੇਵੀ ਦੇਵਤੇ ਇਹ ਅਸਲ ਵਿੱਚ ਨਹੀਂ ਹੈ, ਇਹ ਰਚੇ ਗਏ ਨੇ ਲੋਕਾਂ ਨੇ ਆਪਣੇ ਦੁੱਖਾਂ ਦੀ ਨਿਵਰਤੀ ਲਈ ਔਰ ਸੁੱਖਾਂ ਨੂੰ ਪਾਉਣ ਲਈ, ਸੁੱਖਾਂ ਦੀ ਚਾਹਤ ਲਈ ਇਹ ਦੇਵੀ ਦੇਵਤੇ ਰਚੇ ਨੇ। ਇਹ ਸਿਮਰਤ ਸ਼ਾਸਤਰ ਇਹਨਾਂ ਨੇ ਬਣਾਏ ਨੇ, ਇਹ ਅਸਲ ਵਿੱਚ ਹੈ ਨਹੀਂ। ਦੇਵੀ ਦੇਵਾ ਪੂਜੀਏ ਭਾਈ, ਕਿਆ ਮੰਗੂ ਕਿਆ ਦੇ, ਪਾਣ ਨੀਰ ਪਖੋਲੀਏ ਭਾਈ, ਜਲ ਮੈਂ ਡੂਬੇ ਤੇ। ਵੀ ਦੇਵੀ ਦੇਵਤਿਆਂ ਨੂੰ ਪੂਜ ਕੇ ਕੀ ਪ੍ਰਾਪਤ ਕਰ ਸਕਦੇ ਹੋ ਭਾਈ? ਉਹ ਜਿੰਨਾ ਮਰਜ਼ੀ ਤੁਸੀਂ ਮੂਰਤਾਂ ਨੂੰ ਧੋਵੋ, ਪਰ ਜਲ ਵਿੱਚ ਛੱਡੋਗੇ ਉਹ ਡੁੱਬ ਜਾਣਾ। ਜੇ ਉਹ ਆਪ ਡੁੱਬ ਜਾਣੀਆਂ ਤੁਹਾਨੂੰ ਕਿਵੇਂ ਤਾਰਨਗੀਆਂ?
मैं उन्हां वीरां नूं बेनती करदिआं जिहड़े देवी देवतिਆਂ ਨੂੰ ਆਪਣੇ इष्ट ਮੰਨਦੇ ਨੇ ਉਹ बड़ी खुशी ਨਾਲ ਮੰਨਣ, क्योंकि इस संसार ਦੇ ਵਿੱਚ धार्मिक तौर ਤੇ हर इंसान आज़ाद है, पूरी तरह आज़ाद है, जिस नूं जो जी करदा ਉਹ ਮੰਨ ਸਕਦਾ है। पर मैं उन्हां वीरां भैणां ਲਈ बेनती कर ਰਿਹਾ ਹਾਂ ਜਿਹੜੇ गुरु नानक पातशाह नूं अपना आदि गुरु मनते हैं और धन धन श्री गुरु ग्रंथ साहिब जी नूं अपना सतगुरु मनते हैं, ज्ञान का दाता मनते हैं। गुरु ग्रंथ साहिब जी अनुसार ये सब छलावा है, ये झूठ है, ये माया है, ये सच नहीं है। तो जे हुण कोई होर ग्रंथ कहे भी ये सच है तो दोनों विचों एक नूं मन्निया जा सकदा। देखो होर किड्डियां वड्डियां गल्लां लिखियां होईयां कि ये जिहड़ा ग्रंथ गुणां नाल भरपूर ग्रंथ मैं लिख सकिया हाँ, ये जगत माता की किरपा दे नाल लिख सकिया हाँ। वो माता मेरे शरीर के सारे पापां नूं नष्ट करन वाली है। अगे होर देखो विशेषता, इस ग्रंथ नूं अगर गूंगा सुनेगा तो वो बोलण लग जावेगा, अगर मूर्ख चित ला के सुनेगा तो वो सियाणा हो जावेगा। जिहड़ा व्यक्ति एक वारी चौपाई नूं कहेगा दुख दर्द उसदे नेड़े नहीं आवेगा। एडी वडियाई इस ग्रंथ की लिखी हुई है। ये 404 नंबर चरित्र दे विच ये मैं सारा कुछ तुहानूं बयान कर दिता। हुण तुसीं मेरे नाल एक मेरे ते सवाल करोगे कि भाई असी सारी तुहाडी कहानी तां इसलिए सुनी सी कि तुसीं रब जी का विआह दसना सी, पर तुसीं रब जी का विआह तां करवाया ही नहीं। कि दूलां दे ही हुण जिहड़ा एक कंडीशन सी सवास वीरज नूं मारना, वो मर गया। ते सारी संगत हुण तक ये सुन इसलिए रही सी कि हुण रब दा विआह किवें हुंदा, जां तां ये लिखारी भुल गया जिहड़ा लिखण वाला। जे गुरु गोबिंद सिंह जी फिर मनना पेगा, गुरु गोबिंद सिंह जी भुल भी कर सकते। मैनूं तां पता साडे सतगुरु कदी कोई भुल नहीं करते, वो सच्चो ही सच बयान करते आ, झूठ नहीं बोलते, गप नहीं मारते। ये मैं कहना, ये मेरा विश्वास है। पर जिहड़े वीर इस सारी गाथा नूं कहंदे गुरु गोबिंद सिंह जी ने लिखिया, वो लिखारी ने मुख वाक बाणी है, तां उन्हां नूं मैं कहना भी गुरु गोबिंद सिंह नूं भुलक्कड़ क्यों बना रहे हो, गुरु गोबिंद सिंह नूं झूठा क्यों बना रहे हो? क्योंकि रब का विआह तो अगे कीता ही नहीं, अगे गल ही खत्म करती। बस सवास बीज नूं मारना सी, मार दिता, गल नवेड़ दिती, कहानी ग्रंथ पूरा हो गया, तो तुहाडा जीवन सारा सफल होएगा। लिख दिता, गूंगे नूं बोलण लग जाएगा जे सारी कहानी वो चौपाई पढ़ेगा तो जिहड़ा मूर्ख है वो सियाणा हो जाएगा। तो विआह दूलां ते भी पता नहीं कित्थे चले गई, और रब जी भुल गए, लिखारी भी भुल गया। ये माफ़ करना, मैं तो सोचा शायद विआह होऊगा, तुहानूं तां लारा लाई रखिया, पर विआह आखिर होया नहीं। हुण इह मेरी कोई गलती नहीं, क्योंकि मैं अपने कोलों कुछ नहीं बना सकदा। जो लिखिया होया वो पढ़ के सुनाया, पढ़ के भी मैं सिर्फ इहनूं छोटा करके 10% ते लिया के सुनाया। जे पूरा सुणाउंदे फिर सोचो किन्ना बोर हुंदे। ते ये आप फैसला कर लेना कि ये जिहड़ी रचना है ਉਹਦੇ ਨਾਲ ਪਾਤਸ਼ਾਹੀ दसवीं लाउणा नहीं लाउणा, बाकी फैसला गुरु पंथ ने करना। ਇਹ मैं तो पंथ की कचहरी विच सारी संगत के सामने जो सच लिखिया होया वो बयान किया। मैं इस तो इलावा होर कुछ भी कहना नहीं। ये आपे समझना ये की है की नहीं है। तो जे इसनूं सच मनना फिर बार बार कहना रब नूं पसीना भी आउंदा, रब नूं गुस्सा भी आउंदा, रब निर्वैर भी नहीं है, उहदा पक्का वैर है। जदों दूला दे विआह करन नूं कहंदी है तो वह कहंदा भी विआह तां कर लांगा कोई गल नहीं, पर पहला एक दुश्मन है उहनूं मारना। तो गुरमत च तो कोई दुश्मन नहीं है, लड़ाई करनी है पर दुश्मन कोई नहीं है। साडे ते यही सुधार की गल है, विचार की गल है। इत्थे तो गुरु गोबिंद सिंह भी औरंगजेब नाल विचार करन की गल कर रहा, वो लड़न लई थोड़ी गल कर रहे। वो कहंदे आ गल कर। गुरु साहब तो हमेशा गल करन नूं कहंदे आ, वो लड़न नूं मरन नूं नहीं कहंदे। हाँ कोई हमला करना आ जाए तो लड़ना मरना पैंदा, पर वो हमेशा विचार ते खड़े ने।
साडे सतगुरु। पर इत्थे ये निर्वैर भी नहीं है, निरभौ भी नहीं है। डर पै गया ना, बिमारी पाती लोगों नूं मारन लई भी किते हार ना जावां, डरदा है। ते इहनूं क्रोध भी आउंदा, इसनूं इस रब नूं हंकार भी हुंदा, जे इहदी कोई उस्तत करदा हंकार भी हुंदा। इत्थे विचारां नूं संकोचदे आ, फैसला संगतां ते छड्डदे आ। ये खोज है भी खोज। तुहानूं चंगा लगे मन लिओ, माड़ा लगे तो छड्ड दिओ। जिथे चलदे आ चली जाओ, कोई बंदिश किसी नूं कोई नहीं आ। गुस्सा नहीं करना, विचार नूं विचार की तरह लैना। आओ फुल्लां चौंकां दी माफ़ी, आओ फतेह बुलाइए। वाहिगुरू जी का खालसा, वाहिगुरू जी की फतेह।